ਸੰਗ ਤੋਂ ਜਿਹੜੀ ਤੁਹਾਡੀ ਸ਼ੁਰੂਆਤ ਆਰਐਸਐਸ ਤੋਂ ਹੁਣ ਪਾਰਟੀ ਤੇ ਇੱਕ ਬਹੁਤ ਬੜੀ ਵਿਪਤਾ ਬਣ ਕੇ ਇਹ ਕਿਸਾਨ ਅੰਦੋਲਨ ਖੜਾ ਹੋਇਆ। ਸਰਦਾਰ ਜੋਗਿੰਦਰ ਸਿੰਘ ਜੀ ਉਗਰਾਹਾਂ, ਮੈਂ ਤਾਂ ਕਦੇ ਉਹਨਾਂ ਨੂੰ ਕੋਈ ਇੱਦਾਂ ਦੇ ਸ਼ਬਦ ਕਹਿੰਦਾ ਨਹੀਂ ਹੈਗਾ, ਪਰ ਉਹ ਮੈਨੂੰ ਪਾਗਲ ਵੀ ਦੱਸਦੇ ਆ। ਮੇਰਾ ਪਿਓ ਨਾਗੀ ਰੈਡੀ ਹੈ, ਮੇਰਾ ਚਾਚਾ ਨਾਗੀ ਰੈਡੀ ਹੈ। ਗਰੇਵਾਲ ਸਾਹਿਬ, ਜਿਹੜਾ ਸਿੰਘੂ ਬਾਰਡਰ ਤੇ ਹਮਲਾ ਹੋਇਆ, ਤੁਸੀਂ ਮੰਨਦੇ ਹੋ ਆਰਐਸਐਸ ਦੇ ਉਹ ਕਾਰਕੁਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਉੱਤੇ? ਉਸ ਜਿਹੜਾ ਕਿਸਾਨ ਸੜਕਾਂ ਤੇ ਬੈਠਾ ਨਾ, ਨਹੀਂ ਕਰ ਸਕਦੇ। ਪੰਜਾਬ ਤੋਂ ਆਤੰਕਵਾਦ ਖਤਮ ਹੋਇਆ ਤਾਂ ਮਾਓਵਾਦ ਵੀ ਖਤਮ ਹੋ ਗਿਆ। ਧਮਕੀ ਦਿੱਤੀ, ਕਹਿੰਦੇ ਗਰੇਵਾਲ ਮਲੋਟ ਆ ਕੇ ਦੇਖਣ। ਮਲੋਟ ਤਾਂ ਮੈਂ ਜਾਊਂਗਾ ਹੀ, ਉਹ ਤਾਂ ਮੈਂ ਕਿ ਉਹ ਕੀ ਨੇ ਵਿਚਾਰੇ ਧਮਕੀ ਦੇਣ ਵਾਲੇ। ਬਿਕਰਮ ਮਜੀਠੀਆ ਦੇ ਉੱਤੇ ਨਸ਼ਾ ਤਸਕਰ ਦੇ ਜਿਹੜੇ ਇਲਜ਼ਾਮ ਲੱਗਦੇ ਨੇ, ਕੈਪਟਨ ਨੂੰ ਹਰਾਓਗੇ, ਸੁਖਬੀਰ ਸਿੰਘ ਬਾਦਲ ਨੂੰ ਹਰਾਓਗੇ? ਜਿਹੜਾ ਉਗਰਾਹਾਂ ਕਹਿੰਦਾ ਨਾ ਇੱਥੇ ਵੜ ਕੇ ਦਿਖਾਵੇ, ਉੱਥੇ ਮੇਰੇ ਪਿੰਡ 'ਚ ਵੀ ਮੈਨੂੰ ਕਹਿੰਦਾ ਤੂੰ ਵੜ ਕੇ ਦਿਖਾ, ਮੈਂ ਉਹਦੇ ਪਿੰਡ 'ਚ ਵੀ ਜਾ ਕੇ ਆਊਂਗਾ। ਕੀ ਲੱਗਦਾ ਤੁਹਾਨੂੰ, ਸਾਥ ਕਿਉਂ ਛੱਡ ਗਏ? 2 MP ਹੁੰਦੇ ਆ, ਮੰਤਰੀ ਬਣਾਇਆ ਤੁਸੀਂ, ਬੇਅਦਬੀ ਕਾਂਡ ਹੋਇਆ ਪੰਜਾਬ ਦੇ ਵਿੱਚ। ਪਹਿਲਾਂ ਤਾਂ ਉਹ ਅੰਦਰ ਬਿੱਲਾਂ ਦੇ ਨਾਲ ਸੀ, ਔਰ ਬਾਹਰ ਆ ਕੇ ਵੀ ਪ੍ਰੈਸ ਕਾਨਫਰੰਸਿਸ ਕੀਤੀਆਂ ਸਾਰਿਆਂ ਨੇ। ਹੁਣ ਆਪਦੀ ਪਾਰਟੀ ਨੂੰ ਸਾਂਭ ਨਹੀਂ ਪਾ ਰਹੇ ਬਾਦਲ ਸਾਹਿਬ। ਤੁਹਾਡੇ ਪ੍ਰਧਾਨ ਮੰਤਰੀ ਪੈਰੀਂ ਹੱਥ ਲਾਉਂਦੇ ਨੇ, ਪ੍ਰਕਾਸ਼ ਸਿੰਘ ਬਾਦਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ। ਗੱਲ ਨਾ ਫਾਇਦੇ ਦੀ, ਨਾ ਗੱਲ ਨੁਕਸਾਨ ਦੀ, ਗੱਲ ਹੱਕ ਦੀ, ਗੱਲ ਸੱਚ ਦੀ, ਗੱਲ ਪੰਜਾਬ ਦੀ। ਗੱਲ ਪੰਜਾਬ ਦੀ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਤਾਂ ਅਸੀਂ ਤੁਹਾਨੂੰ ਲਗਾਤਾਰ ਪੰਜਾਬ ਦੀਆਂ, ਪੰਜਾਬੀਅਤ ਦੀਆਂ ਗੱਲਾਂ ਜਿਹੜੀਆਂ ਉਹ ਸਾਡੇ ਸ਼ੋਅ ਦੇ ਵਿੱਚ ਲਗਾਤਾਰ ਕਰਾਉਂਦੇ ਆ ਰਹੇ ਹਾਂ, ਚਾਹੇ ਉਹ ਰਾਜਨੀਤਿਕ ਹਸਤੀਆਂ ਹੋਣ, ਜਿਹੜੀਆਂ ਸਮਾਜ ਸੇਵੀ ਹਸਤੀਆਂ ਹੋਣ। ਤਾਂ ਅੱਜ ਸਾਡੇ ਨਾਲ ਇਹੋ ਜਿਹੇ ਲੀਡਰ ਮੌਜੂਦ ਨੇ ਜਿਨ੍ਹਾਂ ਨੇ ਸਿਆਸੀ ਕਰੀਅਰ ਕਹਿ ਲਿਆ ਜਾਵੇ ਤਾਂ ਕਿਸਾਨੀ ਅੰਦੋਲਨ ਤੋਂ ਸ਼ੁਰੂ ਹੋਇਆ। ਉਹ ਕਹਿ ਰਹੇ ਨੇ ਕਿਸਾਨਾਂ ਦੇ ਖਿਲਾਫ ਉਹ ਬੋਲਦੇ ਨੇ, ਕਿਸਾਨੀ ਬਿੱਲਾਂ ਦੇ ਹੱਕ ਦੇ ਵਿੱਚ ਉਹ ਲਗਾਤਾਰ ਭੁਗਤਦੇ ਆ ਰਹੇ ਨੇ, ਲਗਾਤਾਰ ਕਿਸਾਨ ਆਗੂਆਂ ਦੇ ਖਿਲਾਫ ਵੀ ਜਿਹੜੇ ਬੋਲਦੇ ਆ ਰਹੇ ਨੇ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਸਭ ਤੋਂ ਕਰੀਬੀ ਮੰਨੇ ਜਾ ਰਹੇ ਨੇ ਹਰਜੀਤ ਗਰੇਵਾਲ ਸਾਡੇ ਨਾਲ ਮੌਜੂਦ ਨੇ, ਬੀਜੇਪੀ ਤੋਂ। ਬੀਜੇਪੀ ਦੇ ਸੀਨੀਅਰ ਆਗੂ ਨੇ ਹਰਜੀਤ ਗਰੇਵਾਲ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਲਿਬਰਲ ਟੀਵੀ ਪੰਜਾਬੀ ਦੇ ਸ਼ੋਅ ਗੱਲ ਪੰਜਾਬ ਦੇ ਵਿੱਚ। ਗਰੇਵਾਲ ਸਾਹਿਬ, ਜੇਕਰ ਗੱਲ ਕੀਤੀ ਜਾਵੇ ਸਿਆਸੀ ਚਰਚਾ ਦੀ ਤਾਂ ਉਹ ਬਾਅਦ ਵਿੱਚ ਕਰਾਂਗੇ, ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਸਿਆਸੀ ਕਰੀਅਰ ਬਾਰੇ। ਤੁਹਾਡਾ ਸਿਆਸੀ ਕਰੀਅਰ ਜਿਹੜਾ ਉਹ ਕਦੋਂ ਸ਼ੁਰੂ ਹੋਇਆ? ਸ਼ੁਰੂ ਤੋਂ ਬੀਜੇਪੀ ਦੇ ਨਾਲ ਜੁੜੇ ਹੋ ਜਾਂ ਪਹਿਲਾਂ ਕਿਸੇ ਹੋਰ ਪਾਰਟੀ ਦੇ ਵਿੱਚ? ਨਹੀਂ, ਮੇਰਾ ਕਰੀਅਰ ਜਿਹੜਾ ਸ਼ੁਰੂ ਹੋਇਆ ਉਹ ਤਾਂ ਸਟੂਡੈਂਟ ਲਾਈਫ ਤੋਂ ਹੀ ਹੋਇਆ। ਔਰ ਕਾਲਜ ਦੇ ਅੰਦਰ ਮੈਂ ਸਟੂਡੈਂਟ ਯੂਨੀਅਨ 'ਚ ਕੰਮ ਕਰਦਾ ਸੀ, ਅਤੇ ਉਹਦੇ 'ਚ ਹੀ ਉਸ ਵੇਲੇ ਵੀ ਲੋਕਾਂ ਦੀ ਗੱਲ ਕਰੀਦੀ ਸੀ, ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸੀਗਾ। ਉਸ ਤੋਂ ਬਾਅਦ ਫਿਰ ਮੈਂ ਸੰਨ 90 ਦੇ ਵਿੱਚ ਰੱਜੂ ਭਈਆ ਜੀ ਨਾਲ ਮੇਰੀ ਮੁਲਾਕਾਤ ਹੋਈ, ਜੋ ਬਾਅਦ 'ਚ ਪਰਮ ਪੂਜਨੀय ਸਰਸੰਘ ਚਾਲਕ ਹੋਏ। ਤਾਂ ਉਹਨਾਂ ਨੇ ਮੈਨੂੰ ਇੱਧਰ ਜੋੜਿਆ, ਅਤੇ ਫਿਰ ਉਸ ਤੋਂ ਬਾਅਦ ਲਗਾਤਾਰ ਹੀ ਸੰਘ ਦੇ ਵਿੱਚ ਵੀ ਅਤੇ ਬੀਜੇਪੀ ਦੇ ਵਿੱਚ ਵੀ ਕੰਮ ਕਰਦਾ ਆ ਰਿਹਾ। ਅਲੱਗ-ਅਲੱਗ ਜ਼ਿੰਮੇਵਾਰੀਆਂ ਰਹੀਆਂ ਅਤੇ ਸਮੇਂ-ਸਮੇਂ 'ਤੇ, ਔਰ ਪਾਰਟੀ ਦੇ ਵਿੱਚ ਕਈ ਵਾਰ ਜ਼ਿੰਮੇਵਾਰੀਆਂ ਨਹੀਂ ਵੀ ਰਹੀਆਂ। ਕਹਿ ਲਿਆ ਜਾਵੇ ਕਿ ਸੰਘ ਤੋਂ ਜਿਹੜੀ ਤੁਹਾਡੀ ਸ਼ੁਰੂਆਤ ਸ਼ੁਰੂ ਹੋਈ ਹੈ, ਆਰਐਸਐਸ ਤੋਂ। ਹਾਂ, ਉਸ ਵਿਚਾਰਧਾਰਾ ਨਾਲ ਮੈਂ ਜੁੜਿਆ ਅਤੇ ਉਸੇ 'ਚ ਹੀ ਅੱਗੇ ਕੰਮ ਕਰ ਰਹੇ ਹਾਂ। ਮੈਨੂੰ ਕੋਈ MLA MP ਜਾਂ ਐਸਾ ਜਾਂ ਕੋਈ ਹੋਰ ਬਹੁਤ ਬੜਾ ਪੋਲੀਟੀਕਲ ਲੀਡਰ ਬਣਨ ਦਾ ਸ਼ੌਕ ਵੀ ਨਹੀਂ ਹੈਗਾ। ਜੇ ਬਣ ਜਾਈਏ ਵਿਵਸਥਾ ਦੇ ਅੰਦਰ, ਜਦੋਂ ਪਾਰਟੀ ਅੱਗੇ ਜਾਂਦੀ ਹੈ ਤਾਂ ਉਹ ਅਲੱਗ ਗੱਲ ਹੈ, ਪਰ ਮੈਂ ਸੰਗਠਨ 'ਚ ਉਸ ਦੀ ਵਿਚਾਰਧਾਰਾ 'ਚ ਹੀ ਕੰਮ ਕਰਦਾ। ਕਿਉਂਕਿ ਰਾਜਨੀਤੀ 'ਚ 2 ਤਰ੍ਹਾਂ ਦੇ ਲੋਕ ਆਉਂਦੇ ਆ ਅੱਜ ਕੱਲ੍ਹ। ਇੱਕ ਤਾਂ ਆਉਂਦੇ ਆ ਕਮਿਸ਼ਨ ਦੇ ਲਈ, ਮਤਲਬ ਪੈਸੇ ਕਮਾਉਣ, ਅਤੇ ਇੱਕ ਲੋਕ ਆਉਂਦੇ ਆ ਵਿਚਾਰਧਾਰਾ ਨਾਲ। ਅੱਜ ਕੱਲ੍ਹ ਵਿਚਾਰ ਤਾਂ ਪਹਿਲਾਂ ਜ਼ਿਆਦਾ ਵਿਚਾਰਧਾਰਾ ਨਾਲ ਹੁੰਦੇ ਸੀ, ਅੱਜ ਵਿਚਾਰਧਾਰਾ ਨਾਲ ਘੱਟ ਗਏ, ਅਤੇ ਉਹ ਲੋਕ ਜਿਹੜੇ ਸਵਾਰਥ ਲਈ ਆਉਂਦੇ ਆ ਉਹ ਵੱਧ ਗਏ ਨੇ। ਮੈਂ ਇਹ ਨਹੀਂ ਕਹਿੰਦਾ, ਆਦਮੀ ਦੇ, ਇਨਸਾਨ ਦੇ ਕੰਮ ਤੋਂ ਲੱਗਦਾ ਕਿ ਉਹ ਕੀ ਕਰਦਾ ਹੈਗਾ ਕੀ ਨਹੀਂ ਕਰਦਾ। ਪਾਰਟੀ 'ਤੇ ਅੱਛਾ, ਜਦੋਂ ਮੈਂ ਜੁੜਿਆ ਸੀ ਬੀਜੇਪੀ ਨਾਲ, ਸ਼ਾਇਦ ਉਸ ਵੇਲੇ ਸਾਡੇ 2 MP ਸੀ, ਮਗਰ ਉਸ ਦੇ ਬਾਅਦ ਵੀ ਲਗਾਤਾਰ ਕੰਮ ਕਰਦੇ ਰਹੇ। ਫਿਰ ਸਰਕਾਰ ਵੀ ਆਈ, ਹੁਣ ਫਿਰ ਸਰਕਾਰ ਆਈ। ਹੁਣ ਪਾਰਟੀ 'ਤੇ ਇੱਕ ਬਹੁਤ ਬੜੀ ਵਿਪਤਾ ਬਣ ਕੇ ਇਹ ਕਿਸਾਨ ਅੰਦੋਲਨ ਖੜਾ ਹੋਇਆ। ਤਾਂ ਮੇਰਾ ਜਿਹੜਾ ਹੈਗਾ, ਮੈਂ ਦੇਖਿਆ ਕਿ ਇਹ ਬਿੱਲ ਠੀਕ ਨੇ, ਖੇਤੀ ਬਿੱਲ, ਪ੍ਰਧਾਨ ਮੰਤਰੀ ਕਿਸਾਨ ਹਿੱਤੂ ਨੇ, ਅਤੇ ਮੈਂ ਆਪਣੀ ਪਾਰਟੀ ਦੇ ਨਾਲ ਖੜ੍ਹਾ, ਆਪਣੀ ਵਿਚਾਰਧਾਰਾ ਨਾਲ ਖੜ੍ਹਾ। ਤਾਂ ਬਹੁਤ ਸਾਰੇ ਲੋਕ ਇਸ ਗੱਲ 'ਤੇ ਮੇਰੇ ਖਿਲਾਫ ਵੀ ਨੇ, ਅਤੇ ਉਗਰਾਹਾਂ ਸਾਹਿਬ ਜਿਹੜੇ ਨੇ, ਸਰਦਾਰ ਜੋਗਿੰਦਰ ਸਿੰਘ ਜੀ ਉਗਰਾਹਾਂ, ਮੈਂ ਤਾਂ ਕਦੇ ਉਹਨਾਂ ਨੂੰ ਕੋਈ ਇੱਦਾਂ ਦੇ ਸ਼ਬਦ ਕਹਿੰਦਾ ਨਹੀਂ ਹੈਗਾ, ਪਰ ਉਹ ਮੈਨੂੰ ਪਾਗਲ ਵੀ ਦੱਸਦੇ ਆ ਅਤੇ ਹੋਰ ਵੀ ਕਈ ਗੱਲਾਂ ਬੋਲਦੇ ਆ। ਪਰ ਮੈਂ ਸਮਝਦਾ ਕਿ ਪਾਗਲ ਉਹ ਬਣ ਗਏ ਨੇ ਹੁਣ। ਉਹ ਕਿੱਦਾਂ ਬਣ ਗਏ ਨੇ? ਮੈਂ
ਕਮਿਊਨਿਸਟ ਕਹਿ ਕੇ ਕਿ ਇਹ ਅੰਦੋਲਨ ਨੂੰ ਤਬਾਹ ਕਰ ਰਹੇ ਨੇ, ਕਿਸਾਨੀ ਨੂੰ ਤਬਾਹ ਕਰ ਰਹੇ ਨੇ, ਜਿਹੜਾ ਮੈਂ ਹੀ ਬੋਲਦਾ ਰਿਹਾ ਖੁੱਲ੍ਹ ਕੇ, ਜਿਹਦੇ ਤੇ ਮੈਨੂੰ ਉਹ ਮੇਰੇ ਦੁਸ਼ਮਣ ਵੀ ਬਣ ਗਏ ਨੇ। ਪਰ ਉਹ ਗੱਲ ਸੱਚੀ ਸੀ, ਉਹ ਲੋਕਾਂ ਦੇ ਮਨ 'ਚ ਘਰ ਕਰ ਗਈ। ਅੱਜ ਕਮਿਊਨਿਸਟ ਆਪਣੇ ਆਪ ਨੂੰ ਕਮਿਊਨਿਸਟ ਕਹਿਣ ਤੋਂ ਸ਼ਰਮਾਉਣ ਲੱਗ ਗਏ ਨੇ। ਤੇ ਅੱਜ ਮੈਂ ਰੁਲਦੂ ਸਿੰਘ ਮਾਨਸਾ ਦਾ ਬਿਆਨ ਪੜ੍ਹ ਰਿਹਾ ਸੀ। ਉਹ ਪੱਕੇ ਕੱਟਰ ਕਮਿਊਨਿਸਟ ਨੇ। ਉਹਨਾਂ ਦੀ ਵਾਈਫ ਵੀ ਉਹਨਾਂ ਨੂੰ ਟੀਵੀ ਤੇ ਵੀ ਕਹਿੰਦੀ ਹੈ ਕਿ ਕਮਿਊਨਿਸਟਾਂ 'ਚ ਹੀ ਤੁਰੇ ਫਿਰਦਾ ਰਹਿੰਦਾ। ਤੇ ਅੱਜ ਉਹਨਾਂ ਨੇ ਕਿਹਾ ਮੈਂ ਤਾਂ ਸਮਾਜਵਾਦੀ ਹਾਂ। ਔਰ ਇਸੇ ਤਰ੍ਹਾਂ ਉਗਰਾਹਾਂ ਸਾਹਿਬ ਨੇ ਕਿਹਾ ਕਿ ਕੌਣ ਨਾਗੀ ਰੈਡੀ, ਮੇਰਾ ਪਿਓ ਨਾਗੀ ਰੈਡੀ ਹੈ, ਮੇਰਾ ਚਾਚਾ ਨਾਗੀ ਰੈਡੀ ਹੈ। ਤਾਂ ਉਹ ਸ਼ਰਮਾਉਂਦੇ ਨੇ ਆਪਣੀ ਵਿਚਾਰਧਾਰਾ ਦੱਸਣ ਤੋਂ, ਪਰ ਅਸੀਂ ਆਪਣੀ ਵਿਚਾਰਧਾਰਾ ਜਿਹੜੀ ਸਾਡੀ ਹੈਗੀ ਆ ਉਹ ਦੱਸਣ ਤੋਂ ਸ਼ਰਮਾਉਂਦੇ ਨਹੀਂ। ਸਾਨੂੰ ਫਖਰ ਆਪਣੀ ਵਿਚਾਰਧਾਰਾ ਤੇ ਉਸ ਨੂੰ ਲੈ ਕੇ ਚੱਲਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕਮਿਊਨਿਸਟ ਤੋਂ ਕਹਿ ਰਹੇ ਹੋ ਕਿ ਉਹਨਾਂ ਨੇ ਬਦਲ ਲਈ ਵਿਚਾਰਧਾਰਾ, ਕਿਸਾਨੀ ਅੰਦੋਲਨ ਨੇ ਵਿਚਾਰਧਾਰਾ ਬਦਲੀ? ਕਿਉਂਕਿ ਲਗਾਤਾਰ ਪਹਿਲਾਂ ਸਿੱਖ ਵਰਸਸ ਜਿਹੜੀ ਆ ਉਹ ਕਾਮਰੇਡੀ ਚੱਲ ਰਹੀ ਸੀ ਅੰਦੋਲਨ ਦੇ ਵਿੱਚ। ਨਹੀਂ, ਉਹ ਬਦਲੀ ਨਹੀਂ ਹੈ, ਹੈਗੇ ਉਸੇ ਵਿਚਾਰਧਾਰਾ 'ਚ ਨੇ, ਪਰ ਉਹ ਬਦਨਾਮ ਇੰਨੇ ਹੋ ਗਏ ਨੇ। ਕਮਿਊਨਿਸਟਾਂ ਨੇ ਕੰਮ ਹੀ ਇਹੋ ਜਿਹੇ ਗਲਤ ਕੀਤੇ ਨੇ ਇਸ ਦੇਸ਼ ਦੇ ਅੰਦਰ, ਇਸ ਦੇਸ਼ ਦੇ ਨਾਲ ਧਰੋਹ ਕਮਾਇਆ ਉਹਨਾਂ ਨੇ। ਜਦੋਂ ਚਾਈਨਾ ਦਾ ਯੁੱਧ ਹੋਇਆ ਤਾਂ ਉਹਨਾਂ ਨੇ ਕੀ ਕਿਹਾ ਕਿ ਚਾਈਨਾ ਨੇ ਹਮਲਾ ਨਹੀਂ ਕੀਤਾ, ਹਿੰਦੁਸਤਾਨ ਨੇ ਹਮਲਾ ਕੀਤਾ। ਉਹ ਧਰਤੀ ਜਿਹੜੀ ਚਾਈਨਾ ਨੇ ਦੱਬੀ, ਉਹਨਾਂ ਨੇ ਕਿਹਾ ਨਹੀਂ ਇਹ ਧਰਤੀ ਚਾਈਨਾ ਦੀ ਸੀ, ਇਹ ਹਿੰਦੁਸਤਾਨ ਦੀ ਨਹੀਂ ਹੈ। ਉਹ ਹਿੰਦੁਸਤਾਨ ਦੇ ਖਿਲਾਫ ਬੋਲਦੇ ਰਹੇ। ਔਰ ਹੋਰ ਵੀ ਆਜ਼ਾਦੀ ਦੀ ਲੜਾਈ ਦੇ ਅੰਦਰ, ਸੰਘਰਸ਼ ਦੇ ਅੰਦਰ ਵੀ ਉਹਨਾਂ ਨੇ ਇਹਦੇ 'ਚ ਕਈ ਰੋਲ ਉਹਨਾਂ ਦੇ ਠੀਕ ਨਹੀਂ ਰਹੇ। ਤੇ ਉਸ ਦੇ ਬਾਅਦ ਕੀ ਹੋਇਆ ਕਿ ਅੱਜ ਜਦੋਂ ਇਹ ਹਰ ਅੰਦੋਲਨ, ਹਰ ਇੰਡਸਟਰੀ ਦੇ ਇਹ ਇੱਦਾਂ ਹੀ ਕਰਦੇ ਆ ਕਿ ਉਹ ਤਾਂ ਕਹਿੰਦੇ ਕਮਿਊਨਿਸਟਾਂ ਨੇ ਜਿਹੜੀ ਆਜ਼ਾਦੀ ਦਵਾਈ ਆ ਭਗਤ ਸਿੰਘ ਨੂੰ ਕਮਿਊਨਿਸਟ ਕਹਿੰਦੇ ਨੇ। ਉਹਨਾਂ ਦੇ ਕਹਿਣ ਦਾ ਕੀ ਹੈ, ਉਹ ਤਾਂ ਉਹਨਾਂ ਦੀ ਆਦਤ ਹੈਗੀ ਆ। ਜਿਹੜਾ ਵੀ ਮਹਾਨ ਵਿਅਕਤੀ ਹੁੰਦਾ ਉਹਦੇ ਤੇ ਆਪਣੇ ਆਪ ਕਹਿਣਾ, ਕੱਲ੍ਹ ਨੂੰ ਕਿਤੇ ਗਾਂਧੀ ਜੀ ਨੂੰ ਨਾ ਇਹ ਕਹਿਣਾ ਸ਼ੁਰੂ ਕਰ ਦੇਣ। ਮੈਨੂੰ ਤਾਂ ਉਹਨਾਂ ਦਾ ਇਹ ਵੀ ਹੈ। ਤੇ ਉਹਨਾਂ ਗੱਲਾਂ ਨੂੰ ਛੱਡੋ, ਲੋਕ ਹੁਣ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਸਮਝ ਚੁੱਕੇ ਨੇ, ਉਹਨਾਂ 'ਚ ਕੋਈ ਵਿਸ਼ਵਾਸ ਨਹੀਂ ਹੈ। ਹਾਂ, ਇਹ ਜ਼ਰੂਰ ਆ ਕਿ ਪੰਜਾਬ ਦੇ ਅੰਦਰ ਉਹਨਾਂ ਨੇ ਹਾਲਾਤ ਖਰਾਬ ਕੀਤੇ ਆ, ਕਿਸਾਨਾਂ ਨੂੰ ਗਲਤ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਉਹ ਉਹਨਾਂ ਨੇ ਲਗਾਤਾਰ 10 ਸਾਲ ਤੋਂ ਆਪਣਾ ਕੈਡਰ ਤਿਆਰ ਕਰਦੇ ਆ ਉਗਰਾਹਾਂ ਜਿਹੜੇ ਹੈਗੇ ਆ, ਇਹਨਾਂ ਨੇ ਕੀਤੀ ਹੈ। ਹੁਣ ਅੱਜ ਇਹ ਬੀਜੇਪੀ ਦੇ ਵਰਕਰਾਂ ਤੇ, ਬੀਜੇਪੀ ਦੇ ਲੀਡਰਾਂ ਤੇ ਹਮਲੇ ਕਰਨ ਨੂੰ ਗਲੋਰੀਫਾਈ ਕਰਦੇ ਆ। ਇਹ ਕਦੇ ਡੈਮੋਕ੍ਰੇਸੀ 'ਚ ਹੋਇਆ? ਇਹ ਡੈਮੋਕ੍ਰੇਸੀ ਦਾ ਫੇਲਿਊਰ ਹੈ ਬਹੁਤ ਬੜਾ। ਉਹ ਕਹਿੰਦੇ ਪਹਿਲਾਂ ਸ਼ੁਰੂ ਤੇ ਇਹਨਾਂ ਨੇ ਕੀਤੇ ਜੇਕਰ ਸਿੰਘੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਹਮਲਾ ਹੋਇਆ ਸੀ ਕਿਸਾਨਾਂ ਦੇ ਉੱਤੇ। ਉਹ ਕਹਿੰਦੇ ਆ ਕਿ ਜਿਹੜੇ ਆ ਆਰਐਸਐਸ ਦੇ ਗੁੰਡਿਆਂ ਨੇ, ਉਹ ਗੁੰਡੇ ਦੱਸਦੇ ਨੇ, ਆਰਐਸਐਸ ਦੇ ਗੁੰਡਿਆਂ ਨੇ ਕਹਿੰਦੇ ਹਮਲਾ ਕੀਤਾ ਕਿਸਾਨਾਂ ਦੇ ਉੱਤੇ। ਤਾਂ ਉਸ ਤੋਂ ਬਾਅਦ ਜਿਹੜਾ ਕਿਸਾਨ ਪ੍ਰਵੋਕ ਹੋਏ ਨੇ ਤਾਂ ਲਗਾਤਾਰ ਤੁਹਾਡਾ ਵਿਰੋਧ ਹੋ ਰਿਹਾ ਬੀਜੇਪੀ ਦੇ ਆਗੂਆਂ ਦਾ ਪੰਜਾਬ ਦੇ ਵਿੱਚ। ਉਹ ਨਹੀਂ ਜੀ, ਉਹ ਜਿਹੜਾ ਸਾਡੇ ਵਿਧਾਇਕ ਨਾਲ ਉਹਨਾਂ ਨੇ ਕੀਤਾ, ਇੱਦਾਂ ਦਾ ਹਮਲਾ ਕਿਤੇ ਹੋਇਆ ਕਿਸੇ ਤੇ? ਇਹ ਮੌਬ ਲਿੰਚਿੰਗ ਸੀ। ਔਰ ਇਸ ਨੂੰ ਵੀ ਗਲੋਰੀਫਾਈ ਕਰਦੇ ਆ ਉਹ। ਔਰ ਇਹਦੇ 'ਚ ਸਿੱਧੂਪੁਰ ਦਾ ਜਿਹੜੇ ਲੋਕ ਨੇ ਉਹਨਾਂ ਦਾ ਸਿੱਧਾ ਹੱਥ, ਆਮ ਆਦਮੀ ਪਾਰਟੀ ਦੇ ਵਰਕਰ ਆਇਡੈਂਟੀਫਾਈ ਹੋ ਗਏ, ਕਾਂਗਰਸ ਦੇ ਲੀਡਰ ਉਹਦੇ 'ਚ ਆਇਡੈਂਟੀਫਾਈ ਹੋ ਗਏ। ਔਰ ਪੁਲਿਸ ਜਿਹੜੀ ਹੈ ਨਿਰਪੱਖਤਾ ਨਾਲ ਕੰਮ ਨਹੀਂ ਕਰਦੀ। ਇਹਨਾਂ ਦੀ ਕੀ ਤਾਕਤ ਹੈ ਇਹ ਹਮਲਾ ਕਰਨਾ? ਇਹ ਐਸੀ ਕੋਈ ਗਰੇਵਾਲ ਸਾਹਿਬ, ਜਿਹੜਾ ਸਿੰਘੂ ਬਾਰਡਰ ਤੇ ਹਮਲਾ ਹੋਇਆ, ਤੁਸੀਂ ਮੰਨਦੇ ਹੋ ਆਰਐਸਐਸ ਨੇ ਉਹ ਕਾਰਕੁਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਉੱਥੇ ਬੀਬੀਆਂ ਦੇ ਟੈਂਟਾਂ ਦੇ ਉੱਤੇ? ਜਿਹੜਾ ਉੱਥੋਂ ਦੇ ਲੋਕ ਦੁਖੀ ਹੋ ਗਏ ਨੇ ਇਹਨਾਂ ਕੋਲੋਂ। ਤਾਂ ਉਹ ਉੱਥੋਂ ਦੇ ਜਨਤਾ ਸੀ। ਸਾਡਾ ਤਾਂ ਕੋਈ ਵੀ ਨਹੀਂ ਹੈ ਉੱਥੇ ਵਰਕਰ। ਜੇ ਸੀਗਾ ਤਾਂ ਆਇਡੈਂਟੀਫਾਈ ਕਰਨਾ, ਦੱਸਣ। ਅਸੀਂ ਤਾਂ ਉਹਨਾਂ ਆਇਡੈਂਟੀਫਾਈ ਕੀਤੇ ਨੇ, ਲਗਾਤਾਰ ਤਸਵੀਰਾਂ ਦਿਖਾਈਆਂ ਨੇ ਉਹਨੇ ਭਾਜਪਾ ਆਗੂਆਂ ਦੇ ਨਾਲ ਜਿਹੜੇ ਲੋਕ ਉੱਥੇ ਮੌਜੂਦ ਸੀ, ਉਹ ਜਿਨ੍ਹਾਂ ਨੇ ਹਮਲਾ ਕੀਤਾ। ਕਿਸੇ ਨੇ ਹਮਲਾ ਨਹੀਂ ਕੀਤਾ, ਸਾਡਾ ਕੋਈ ਵਰਕਰ ਨਹੀਂ ਸੀ ਉੱਥੇ, ਕੋਈ ਆਇਡੈਂਟੀਫਾਈ ਨਹੀਂ ਹੋਇਆ। ਐਵੇਂ ਝੂਠ ਬੋਲਦੇ। ਤਾਂ ਗਰੇਵਾਲ ਸਾਹਿਬ, ਜਿਵੇਂ ਮੈਂ ਸ਼ੁਰੂ ਤੋਂ ਗੱਲ ਕੀਤੀ ਕਿ ਤੁਸੀਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਹੋ, ਅਜਿਹਾ ਕੀ ਤੁਹਾਨੂੰ ਲੱਗ ਰਿਹਾ ਖੇਤੀ ਕਾਨੂੰਨਾਂ ਦੇ ਵਿੱਚ ਜਿਹੜਾ ਉਹ ਸਾਫ਼, ਜਿਹੜਾ ਕਿਸਾਨਾਂ ਨੂੰ ਨਹੀਂ ਦਿਸ ਰਿਹਾ? ਕਿਸਾਨ ਜਿਹੜੇ ਨੇ, ਉਹ ਲੱਖਾਂ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਨੇ, ਉਹ ਵਿਰੋਧ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਤਾਂ ਤੁਸੀਂ ਹੱਕ ਦੇ ਵਿੱਚ ਭੁਗਤ ਰਹੇ ਹੋ ਲਗਾਤਾਰ। ਮੇਰੇ ਪ੍ਰਧਾਨ ਮੰਤਰੀ ਹੈ, ਮੇਰੇ ਲੀਡਰ ਹੈ, ਮੇਰੀ ਪਾਰਟੀ ਹੈ, ਮੈਂ ਹੱਕ 'ਚ ਨਹੀਂ ਭੁਗਤੂੰਗਾ, ਹੋਰ ਕਿੱਥੇ ਭੁਗਤੂੰਗਾ? ਉਹ ਕਹਿੰਦੇ ਗਰੇਵਾਲ ਕਿਸਾਨ ਨਹੀਂ ਆ। ਕਿ ਕਿਸਾਨ ਦਾ ਮਤਲਬ ਇਹ ਹੈ ਵੀ ਸਰਕਾਰ ਨੂੰ ਗਾਲਾਂ ਕੱਢੇ ਕਿਸਾਨ? ਤੇ ਨੁਕਸਾਨ ਸਭ ਤੋਂ ਬੜਾ ਇਹ ਕਰ ਰਹੇ ਆ ਕਿਸਾਨ ਦਾ, ਜਿਹੜਾ ਸਰਕਾਰ ਨਾਲ ਵਿਰੋਧ ਪਵਾ ਰਹੇ। ਸਾਰੀਆਂ ਗੱਲਾਂ ਮੰਨ ਲਈਆਂ ਸੀ। ਤੁਸੀਂ ਦੇਖੋ ਵੀ ਖੇਤੀ ਕਾਨੂੰਨਾਂ ਤੇ ਸਾਡੇ 3 ਮਿਨਿਸਟਰ 11 ਵਾਰ ਬੈਠੇ ਨੇ, ਉਹਦੇ 'ਚੋਂ ਕੱਟਿਆ ਕੁਛ ਨਹੀਂ ਗਿਆ। ਇਹਨਾਂ ਨੇ ਬਹਿਸ ਕੀਤੀ, ਕੱਟਿਆ ਕੁਛ ਨਹੀਂ ਗਿਆ, ਜੋੜਿਆ ਹੀ ਗਿਆ ਉਹਦੇ 'ਚ, ਇਹਨਾਂ ਦੇ ਖਦਸ਼ੇ ਦੂਰ ਕਰਨ ਵਾਸਤੇ। ਜੇ ਗਲਤ ਹੁੰਦੇ ਤਾਂ ਕੱਟਿਆ ਜਾਂਦਾ। ਤੇ ਇਸ ਕਰਕੇ ਜਨਤਾ ਨੂੰ ਜਾ ਕੇ ਗਲਤ ਚੀਜ਼ਾਂ ਦੱਸਦੇ ਆ। ਔਰ ਅਮੈਂਡਮੈਂਟਸ, ਉਸ ਜਿਹੜਾ ਕਿਸਾਨ ਸੜਕਾਂ ਤੇ ਬੈਠਾ ਨਾ, ਉਹਨਾਂ ਦੀ ਰਿਸਪੈਕਟ ਕੀਤੀ ਸਰਕਾਰ ਨੇ। ਜਿਹੜੀ ਅਮੈਂਡਮੈਂਟਸ ਦੀ ਗੱਲ ਕੀਤੀ ਸੀ ਵੀ ਇਹਦੇ 'ਚ ਜੋੜ ਦੋ ਜੋ ਜੋੜਨਾ, ਅਮੈਂਡਮੈਂਟਸ ਕੋਈ ਨਹੀਂ ਸੀਗੀਆਂ। ਮਗਰ ਇਹ ਜਿਹੜੇ ਕਿਸਾਨ ਲੀਡਰ ਨੇ, ਇਹਨਾਂ 'ਚੋਂ ਜ਼ਿਆਦਾ ਕਮਿਊਨਿਸਟ ਨੇ। ਉਹ ਲੋਕ ਕਿਸਾਨਾਂ ਨੂੰ ਗਲਤ ਦਿਸ਼ਾ ਦਿੰਦੇ ਆ। ਔਰ ਇਹ ਜਿਹੜੇ ਆ ਕਿਸਾਨ ਦਾ ਗੱਲ ਨਿਪਟਣ ਨਹੀਂ ਦੇ ਰਹੇ। ਨਹੀਂ ਤਾਂ ਹੁਣ ਤੱਕ ਨਿਪਟ ਜਾਣੀ ਸੀ, ਉਹਨਾਂ ਨੇ ਆਪਣੇ ਘਰਾਂ ਨੂੰ ਚਲੇ ਜਾਣਾ ਸੀ। ਤੇ ਇਹ ਕੰਮ ਇਹਨਾਂ ਨੇ ਬਹੁਤ ਗਲਤ ਕੀਤਾ। ਕਿਵੇਂ ਨਿਪਟੇਗੀ ਗਰੇਵਾਲ ਸਾਹਿਬ? ਲਗਾਤਾਰ 4 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਗੱਲ ਨਿਪਟੇਗੀ ਕਿਵੇਂ? ਦੇਖੋ,
ਗੱਲ ਨਿਪਟਾਉਣੀ ਇਹਨਾਂ ਨੇ ਆ, ਇਹ ਨਿਪਟਾਉਂਦੇ ਨਹੀਂ ਹੈਗੇ। ਆਖਰ ਕਿਸਾਨ ਨੂੰ ਜਦੋਂ ਸਮਝ ਆ ਗਈ ਕਿ ਇਹ ਸਾਨੂੰ ਗੁੰਮਰਾਹ ਕਰ ਰਹੇ ਸੀ ਤੇ ਕਿਸਾਨਾਂ ਨੇ ਆਪੇ ਹੀ ਇਹਨਾਂ ਨੂੰ ਲੱਭਦੇ ਫਿਰਨਾ। ਔਰ ਜਿਹੜਾ ਇਹ ਗਲੋਰੀਫਾਈ ਕਰਦੇ ਆ ਇਹ ਹਮਲਿਆਂ ਨੂੰ ਜਾਂ ਹੋਰ ਨੂੰ, ਇਹਨਾਂ ਨੂੰ ਬੜੀ ਗਲਤਫਹਿਮੀ ਹੈ। ਜ਼ਿਆਦਾ ਦੇਰ ਇਹ ਹਮਲੇ ਸਰਵਾਈਵ ਨਹੀਂ ਕਰ ਸਕਦੇ। ਪੰਜਾਬ ਤੋਂ ਆਤੰਕਵਾਦ ਖਤਮ ਹੋਇਆ ਤਾਂ ਮਾਓਵਾਦ ਵੀ ਖਤਮ ਹੋਊਗਾ। ਮਾਓਵਾਦੀ ਦੀ ਡੈਫੀਨੇਸ਼ਨ ਗਰੇਵਾਲ ਸਾਹਿਬ ਆਹੀ ਜਿਹੜੇ ਹਿੰਸਕ ਹਮਲੇ ਆ, ਸਾਡੇ ਉਹ ਵਿਧਾਇਕ ਤੇ ਮੌਬ ਲਿੰਚਿੰਗ ਹੋਈ ਔਰ ਸਾਡੇ ਤੇ ਹਮਲੇ ਹੁੰਦੇ ਆ ਰੋਜ਼, ਔਰ ਉਸ ਨੂੰ ਇਹ ਗਲੋਰੀਫਾਈ ਕਰਦੇ ਆ, ਅਸੀਂ ਬੀਜੇਪੀ ਵਾਲਿਆਂ ਨੂੰ ਬਣ ਨਹੀਂ ਦੇਣਾ। ਇਹ ਕੌਣ ਹੁੰਦੇ ਆ ਬਣਨ ਤੋਂ ਰੋਕਣ ਵਾਲੇ? ਕਿਸੇ ਨੂੰ, ਹਰ ਕਿਸੇ ਨੂੰ ਹਰ ਦੇਸ਼ ਦੇ ਹਰ ਹਿੱਸੇ 'ਚ ਘੁੰਮਣ ਦੀ, ਫਿਰਨ ਦੀ, ਬੋਲਣ ਦੀ ਆਜ਼ਾਦੀ ਹੈ। ਲੋਕਤੰਤਰ ਇਸ ਨੂੰ ਕਹਿੰਦੇ ਆ। ਇਹ ਜਿਹੜਾ ਉਗਰਾਹਾਂ ਹੈਗਾ ਰੋਜ਼ ਲੋਕਤੰਤਰ ਦਾ ਗਲਾ ਘੁੱਟਦਾ, ਗਰੇਵਾਲ ਨੂੰ ਕੁੱਟ ਦਿਆਂਗੇ, ਗਰੇਵਾਲ ਨੂੰ ਉਹ ਕਰਦੇ, ਕਹਿਣ ਵਾਲੀਆਂ ਗੱਲਾਂ ਨੇ। ਤੁਹਾਨੂੰ ਧਮਕੀ ਦਿੱਤੀ, ਕਹਿੰਦੇ ਗਰੇਵਾਲ ਮਲੋਟ ਆ ਕੇ ਦੇਖਣ। ਮਲੋਟ ਤਾਂ ਮੈਂ ਜਾਊਂਗਾ ਹੀ, ਉਹ ਤਾਂ ਮੈਂ ਕਿ ਉਹ ਕੀ ਨੇ ਵਿਚਾਰੇ ਧਮਕੀ ਦੇਣ ਵਾਲੇ? ਉਹ ਤਾਂ ਚੰਦ ਦਿਨਾਂ ਦੀ ਮਹਿਮਾਨ ਨੇ ਜਿਹੜੀਆਂ ਉਹ ਗੱਲਾਂ ਕਰਦੇ ਨੇ। ਇੱਦਾਂ ਗੱਲਾਂ ਇਸ ਦੇਸ਼ ਦੇ ਅੰਦਰ ਕਦੇ ਨਹੀਂ ਚੱਲੀਆਂ। ਦੇਸ਼ ਦੇ ਅੰਦਰ ਆਤੰਕਵਾਦ ਆਇਆ, ਉਹ ਖਤਮ ਹੋਇਆ, ਜੜ ਤੋਂ ਖਤਮ ਹੋਇਆ। ਇਹ ਮਾਓਵਾਦ ਵੀ ਜੜ ਤੋਂ ਖਤਮ ਹੋਊਗਾ। ਇਹ ਜਿਹੜੇ ਕਿਸਾਨ ਲੀਡਰ ਨੇ ਇਹ ਕਿਸਾਨ ਨੂੰ ਗੁੰਮਰਾਹ ਕਰ ਰਹੇ ਆ। ਕਿਸਾਨ ਨੂੰ ਜਿੱਦਣ ਸਮਝ ਆ ਗਈ ਇਹ ਲੀਡਰ ਅਲੱਗ ਥਲੱਗ ਪੈ ਜਾਣੇ, ਕਿਤੇ ਨਹੀਂ ਦਿਖਾਈ ਜਾਣੇ। ਗਰੇਵਾਲ ਸਾਹਿਬ, ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ। ਕਿਸਾਨ ਆਗੂ ਕਹਿੰਦੇ ਨੇ, ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਜਦੋਂ ਅਸੀਂ ਦਿੱਲੀ ਨੂੰ ਜਾ ਰਹੇ ਸੀ ਤਾਂ ਟੋਏ ਪੁੱਟ ਦਿੱਤੇ ਗਏ, ਸੜਕਾਂ ਦੇ ਉੱਤੇ ਬੈਰੀਕੇਡ ਲਗਾ ਦਿੱਤੇ। ਕਹਿੰਦੇ ਸਰਕਾਰ ਉਹ ਡੈਮੋਕ੍ਰੇਸੀ ਦਾ ਘਾਣ ਨਹੀਂ। ਕਾਹਦਾ ਘਾਣ? ਟੋਏ ਪੁੱਟ ਤੇ ਠੀਕ ਆ, ਉਹ ਸਟੇਟ ਆਪਦੇ ਚੋਂ ਨਹੀਂ ਲੰਘਣ ਦੇਣਾ ਚਾਹੁੰਦੀ। ਪੰਜਾਬ ਤੋਂ ਜਾ ਰਹੇ ਸੀ, ਇਕੱਠੇ ਹੋ ਕੇ ਜਾ ਰਹੇ ਸੀ। ਉੱਥੇ ਕੀ ਕਰਨ ਜਾ ਰਹੇ ਸੀ? ਪੰਜਾਬ 'ਚ ਅੰਦੋਲਨ ਕਰਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਏ ਸੀ। ਕਾਂਗਰਸ ਦਾ ਵਰਦਹਸਤ ਸੀ, ਉਹਨੇ ਦਿੱਲੀ ਵੱਲ ਨੂੰ ਭੇਜਤੇ। ਉਹਨੇ ਆਪ ਕੀਤਾ ਨਹੀਂ ਸੀ ਕੁਛ, ਪਿਛਲੇ 4 ਸਾਲਾਂ 'ਚ ਕੁਛ ਨਹੀਂ ਕਰ ਪਾਇਆ, ਤੇ ਉਹਦੇ ਤੋਂ ਧਿਆਨ ਭਟਕਾਉਣ ਲਈ ਪੰਜਾਬ ਦੀ ਜਨਤਾ ਦਾ ਉੱਧਰ ਨੂੰ ਭੇਜਤੇ। ਆਹ ਕੰਮ ਹੋਇਆ। ਇਹ ਤਾਂ ਰਲੀ ਮਿਲੀ ਨੂਰਾ ਕੁਸ਼ਤੀ ਹੈ ਕਾਂਗਰਸ ਦੀ ਔਰ ਇਹ ਕਿਸਾਨ ਲੀਡਰਾਂ ਦੀ। ਤਾਂ ਜੇਕਰ ਹੁਣ ਸਿਆਸੀ ਚਰਚਾ ਦੀ ਗੱਲ ਕੀਤੀ ਜਾਵੇ, ਅਸੀਂ ਨਾਲ ਨਾਲ ਤੁਹਾਡੇ ਨਾਲ ਗੱਲਬਾਤਾਂ ਕਰਾਂਗੇ, ਸਿਆਸੀ ਦੀਆਂ ਵੀ, ਕਿਸਾਨ ਅੰਦੋਲਨ ਦੀਆਂ ਵੀ ਗੱਲ ਕਰਾਂਗੇ। ਸਿਆਸੀ ਚਰਚਾ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਵੱਡੀਆਂ ਰੈਲੀਆਂ ਕਰ ਰਹੀ ਆ। ਵੱਡੇ ਆਪਣੇ ਉਮੀਦਵਾਰ ਜਿਹੜੇ ਆ ਉਹਨਾਂ ਦਾ ਐਲਾਨੇ ਜਾ ਰਹੇ ਆ ਉਹਨਾਂ ਵੱਲੋਂ ਉਮੀਦਵਾਰ ਆਪਣੇ। ਤਾਂ ਗਰੇਵਾਲ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ 2002 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਆ ਤਾਂ ਬੀਜੇਪੀ ਸਾਡਾ ਸਾਥ ਨਹੀਂ ਛੱਡਦੀ ਅਕਾਲੀ ਦਲ ਦਾ। ਉਸ ਤੋਂ ਬਾਅਦ 13-14 ਦੀ ਗੱਲ ਕੀਤੀ ਜਾਵੇ ਤਾਂ ਬਿਕਰਮ ਮਜੀਠੀਆ ਦੇ ਉੱਤੇ ਨਸ਼ਾ ਤਸਕਰ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਤਾਂ ਨਹੀਂ ਛੱਡਿਆ ਜਾਂਦਾ, ਤੁਹਾਡੇ ਵੱਲੋਂ ਪਾਰਟੀ ਦਾ ਸਾਥ ਨਹੀਂ ਛੱਡਿਆ ਜਾਂਦਾ। ਚਾਹੇ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ, ਜਿਹੜਾ ਨੀਤੀ ਉਹਨਾਂ ਦਾ ਰੌਲਾ ਰਹਿੰਦਾ ਸੀ ਸਰਕਾਰ ਦੇ ਨਾਲ ਬਾਦਲਾਂ ਨੂੰ ਲੈ ਕੇ, ਤਾਂ ਕੀ ਲੱਗਦਾ ਤੁਹਾਨੂੰ ਸਾਥ ਕਿਉਂ ਛੱਡ ਗਏ? 2 MP ਹੁੰਦੇ ਆ, ਮੰਤਰੀ ਬਣਾਇਆ ਤੁਸੀਂ, ਬੇਅਦਬੀ ਕਾਂਡ ਹੋਇਆ ਪੰਜਾਬ ਦੇ ਵਿੱਚ, ਤਾਂ ਸਾਥ ਨਹੀਂ ਛੱਡਿਆ ਭਾਜਪਾ ਨੇ। ਤਾਂ ਇਹੋ ਜਿਹੀ ਕੀ ਗੱਲ ਹੋ ਗਈ ਕਿ ਉਹ ਤੁਹਾਡਾ ਸਾਥ ਛੱਡ ਗਏ? ਇੱਦਾਂ ਕਿ ਅਸੀਂ ਤਾਂ ਗਠਬੰਧਨ ਧਰਮ ਨਿਭਾਇਆ, ਉਹਨਾਂ ਨੇ ਗਠਬੰਧਨ ਧਰਮ ਨਹੀਂ ਨਿਭਾਇਆ। ਪਹਿਲਾਂ ਤਾਂ ਉਹ ਅੰਦਰ ਬਿੱਲਾਂ ਦੇ ਨਾਲ ਸੀ ਔਰ ਬਾਹਰ ਆ ਕੇ ਵੀ ਪ੍ਰੈਸ ਕਾਨਫਰੰਸਿਸ ਕੀਤੀਆਂ ਸਾਰਿਆਂ ਨੇ। ਵੱਡੇ ਬਾਦਲ ਸਾਹਿਬ ਨੇ ਵੀ ਕੀਤੀ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਵੀ ਕੀਤੀ, ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਕੀਤੀ। ਉਹਨਾਂ ਨੇ ਬਿੱਲਾਂ ਦੇ ਹੱਕ 'ਚ ਬੋਲੇ। ਅਚਾਨਕ ਉਹਨਾਂ ਨੇ ਯੂ ਟਰਨ ਕੀਤਾ ਤੇ ਉਹ ਖਿਲਾਫ ਹੋ ਗਏ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਆਧਾਰ ਨਾ ਖਿਸਕ ਜੇ ਜਾਂ ਕੀ ਗੱਲ ਸੀ, ਤਾਂ ਉਹਨਾਂ ਨੂੰ ਪਤਾ ਹੋਣਾ, ਤੇ ਉਹਨਾਂ ਨੇ ਸਾਥ ਛੱਡਤਾ। ਠੀਕ ਹੈ, ਤੇ ਉਹਨਾਂ ਨੇ ਛੱਡਿਆ, ਅਸੀਂ ਨਹੀਂ ਛੱਡਿਆ। ਹੁਣ ਉਸ ਤੋਂ ਬਾਅਦ ਸਾਡੇ ਰਸਤੇ ਅਲੱਗ-ਅਲੱਗ ਨੇ, ਸਾਡੇ ਵਿਚਾਰ ਅਲੱਗ-ਅਲੱਗ ਨੇ। ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ, ਉਹਨਾਂ ਦੀ ਪਾਰਟੀ ਉਹਨਾਂ ਨੇ ਚਲਾਉਣੀ ਹੈ। ਹੁਣ ਆਪਦੀ ਪਾਰਟੀ ਨੂੰ ਉਹ ਸਾਂਭ ਨਹੀਂ ਪਾ ਰਹੇ ਬਾਦਲ ਸਾਹਿਬ, ਇਸ ਕਰਕੇ ਟਿਕਟਾਂ ਜਲਦੀ ਅਨਾਉਂਸ ਕਰ ਰਹੇ ਆ। ਉਹ ਜਿਨ੍ਹਾਂ ਨੂੰ ਟਿਕਟਾਂ ਦੇ ਰਹੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ, ਅੱਛਾ ਪਰਫਾਰਮ ਕਰਨ ਤੇ ਆਪਦੀ ਤਿਆਰੀ ਕਰਨ। ਉਹ ਵਨਮੈਨ ਪਾਰਟੀ ਆ, ਸ਼ੋਅ ਆ, ਤਾਂ ਉਹ ਕਿਤੇ ਵੀ ਅਨਾਉਂਸ ਕਰ ਸਕਦੇ ਆ। ਕਹਿੰਦੇ ਕਿਸਾਨਾਂ ਦੀ ਪਾਰਟੀ ਆ। ਉਹ ਤਾਂ ਪਤਾ ਲੱਗ ਜਾਏਗਾ ਜਦੋਂ ਵੋਟਾਂ ਪੈਣਗੀਆਂ, ਕਿਸਾਨ ਕਿੰਨੇ ਪਾਉਂਦੇ ਆ, ਉਹਦੇ ਨਾਲ ਪਤਾ ਲੱਗ ਜਾਏਗਾ। ਉਹਦੇ 'ਚ ਮੈਂ ਕਿਉਂ ਕਹਾਂ ਕਿ ਇਸ ਤੇ ਕਮੈਂਟਸ ਕਰਾਂ। ਪ੍ਰਕਾਸ਼ ਸਿੰਘ ਬਾਦਲ ਇਸ ਵਕਤ ਜਿਹੜੇ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ। ਤੁਸੀਂ ਕਿਹਾ ਕਿ ਉਹਨਾਂ ਨੇ ਅਜੇ ਤੱਕ ਉਹ ਖੇਤੀ ਬਿੱਲਾਂ ਦੇ ਹੱਕ ਦੇ ਵਿੱਚ ਭੁਗਤਦੇ ਆ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਇਸ ਵਕਤ ਗਾਇਬ ਨਜ਼ਰ ਆ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਨੇ, ਉਹਨਾਂ ਬਾਰੇ ਮੈਂ ਕੋਈ ਕਮੈਂਟਸ ਨਹੀਂ ਕਰਨੇ। ਬੜਾ ਅੱਛੀ, ਉਹਨਾਂ ਨੇ 5 ਵਾਰ ਮੁੱਖ ਮੰਤਰੀ ਰਹੇ, ਮੈਂ ਉਹਨਾਂ ਦਾ ਬਹੁਤ ਆਦਰ ਕਰਦਾ। ਤੁਹਾਡੇ ਪ੍ਰਧਾਨ ਮੰਤਰੀ ਪੈਰੀਂ ਹੱਥ ਲਾਉਂਦੇ ਨੇ ਪ੍ਰਕਾਸ਼ ਸਿੰਘ ਬਾਦਲ ਤਾਂ ਮੈਂ ਵੀ ਲਾਉਣਾ, ਸਾਰੇ ਲਾਉਂਦੇ ਆ। ਉਹ ਉਹਨਾਂ ਦਾ ਕੱਦ ਹੀ ਇਦਾਂ ਦਾ ਹੈਗਾ। ਉਹ ਤਾਂ ਤੇ ਉਹਨਾਂ ਦੇ ਬਾਰੇ ਕੋਈ ਕਮੈਂਟਸ ਕਰਨਾ ਮੈਂ ਸਮਝਦਾ ਅੱਛੀ ਗੱਲ ਨਹੀਂ। ਐਸੇ ਲੋਕ ਦੇਸ਼ ਦਾ ਔਰ ਕੌਮ ਦਾ ਸਰਮਾਇਆ ਹੁੰਦੇ ਨੇ। ਬਾਕੀ ਲੋਕ ਆ ਕਾਮਰੇਡ ਤਾਂ ਬੋਲਦੇ ਦੇਖਦੇ ਹੀ ਨਹੀਂ ਵੀ ਇਹਨਾਂ ਨੇ ਕੀ ਬੋਲਣਾ ਹੈਗਾ। ਇਹ ਤਾਂ ਕੁਛ ਨਾ ਕੁਛ ਬੋਲਦੇ ਰਹਿੰਦੇ ਆ। ਗਰੇਵਾਲ ਸਾਹਿਬ, ਹਰਸਿਮਰਤ ਕੌਰ ਬਾਦਲ ਦਾ ਤੁਸੀਂ ਜ਼ਿਕਰ ਕੀਤਾ, ਉਹ MP ਨੇ, ਉੱਥੋਂ ਤੁਸੀਂ ਕੇਂਦਰੀ ਮੰਤਰੀ ਵੀ ਬਣਾਇਆ ਤੁਹਾਡੀ ਪਾਰਟੀ ਨੇ। ਉਹ ਕਹਿੰਦੇ ਸਾਨੂੰ ਬਿੱਲ ਬਣਾਉਣ ਤੋਂ ਪਹਿਲਾਂ, ਬਿੱਲ ਲਿਆਉਣ ਤੋਂ ਪਹਿਲਾਂ ਸਾਨੂੰ ਪੁੱਛਿਆ ਤੱਕ ਨਹੀਂ ਗਿਆ। ਸੱਚਾਈ ਹੈ ਇਹਦੇ ਵਿੱਚ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ? ਤੁਸੀਂ ਉਹਨਾਂ ਕੋਲ ਜਿਹੜਾ ਡਾਈਸੈਂਟ ਨੋਟ ਉਹਨਾਂ ਨੇ ਉੱਥੇ ਲਿਖਿਆ ਨਾ, ਕੋਈ ਮੀਟਿੰਗ 'ਚ, ਕੈਬਨਿਟ 'ਚ ਅਪਰੂਵਲ ਹੁੰਦੀ ਹੈ ਨਾ ਬਿੱਲ ਦੀ, ਤੇ ਜੇ ਕੋਈ ਡਾਈਸੈਂਟ ਨੋਟ ਉਹਨਾਂ ਨੇ ਲਿਖਿਆ ਤਾਂ ਉਹਦੀ ਕਾਪੀ ਤੁਹਾਨੂੰ ਦਿਖਾ ਦੇਣ। ਲਿਖਿਆ ਹੀ ਨਹੀਂ।
ਉਹ ਤਾਂ ਹੱਕ 'ਚ ਭੁਗਤੇ। ਹੱਕ 'ਚ ਮਤਲਬ ਹੁਣ ਉਹ ਗੁੰਮਰਾਹ ਕਰ ਰਹੇ ਨੇ ਪੰਜਾਬ ਵਾਸੀਆਂ ਨੂੰ ਕਿ ਅਸੀਂ ਜਿਹੜਾ ਬਿੱਲਾਂ ਦੇ ਜਿਹੜਾ ਨਹੀਂ, ਅਸੀਂ ਤਾਂ ਇਹਦੇ ਤੇ ਕੀ ਉਹ ਗੁੰਮਰਾਹ ਕਰਨ ਨਾ ਕਰਨ, ਉਹਨਾਂ ਦਾ ਕਰੈਕਟਰ, ਅਸੀਂ ਉਹਦੇ 'ਚ ਕੀ ਕਹਿਣਾ ਹੈਗਾ। ਸਾਨੂੰ ਕੋਈ ਗਿਲਾ ਨਹੀਂ ਹੈ ਇਹਨਾਂ ਗੱਲਾਂ ਦਾ। ਅਸੀਂ ਆਪਣੀ ਲੜਾਈ ਲੜਾਂਗੇ ਔਰ ਲੜਾਈ ਬਹੁਤ ਖੂਬਸੂਰਤੀ ਨਾਲ ਬਹੁਤ ਵਧੀਆ ਲੜਾਂਗੇ, ਪੰਜਾਬ ਦੇ ਹਿੱਤ 'ਚ ਲੜਾਂਗੇ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਲੜਾਈ ਲੜਾਂਗੇ, ਭਾਈਚਾਰਕ ਸਾਂਝ ਦੀ ਲੜਾਈ ਲੜਾਂਗੇ, ਪੰਜਾਬ ਦੇ ਵਿਕਾਸ ਦੀ ਲੜਾਈ ਲੜਾਂਗੇ। ਗਰੇਵਾਲ ਸਾਹਿਬ ਇਸ ਵਕਤ ਜਿਹੜੇ ਨੇ ਸਭ ਤੋਂ ਕੱਦਵਾਰ ਨੇਤਾ ਜਿਹੜੇ ਨੇ ਬਲਬੀਰ ਸਿੰਘ ਰਾਜੇਵਾਲ ਜਿਹੜੇ ਨੇ ਉਹ ਦਿਸ ਰਹੇ ਨੇ। ਬਲਬੀਰ ਸਿੰਘ ਰਾਜੇਵਾਲ ਕਹਿੰਦੇ ਨੇ ਕਿ ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਈ ਆ, ਉਹ ਕਹਿੰਦੇ ਸੋਧ ਕਰਵਾ ਲਓ। ਕੀ ਇਹਦੇ ਵਿੱਚ ਸੱਚਾਈ ਹੈ ਕਿ ਬਲਬੀਰ ਸਿੰਘ ਰਾਜੇਵਾਲ ਦੀ ਜਿਹੜੀ ਇਹ ਗੱਲ ਆ ਉਹ ਗ੍ਰਹਿ ਮੰਤਰੀ ਨਾਲ ਹੋਈ ਆ ਅਮਿਤ ਸ਼ਾਹ ਹੋਣਾ ਨਾਲ? ਅਰੇ ਵੀ ਅਸੀਂ ਫੋਨ ਤੇ ਕਰਵਾਈ ਸੀ। ਤੁਸੀਂ ਕਰਵਾਈ ਸੀ? ਸਾਰਿਆਂ ਨੇ, ਮੈਂ ਤੇ ਜਾਣੀ ਜੀ ਸੀਗੇ। ਉਹਦੇ 'ਚ ਕੀ ਸੀ, ਗੱਲ ਹੋ ਗਈ ਉਹ ਤਾਂ ਕਹਿੰਦੇ ਹੀ ਨਹੀਂ। ਇਹਦਾ ਮਤਲਬ ਸਰਕਾਰ ਤਾਂ ਸਾਡੀ ਕਹਿੰਦੀ ਹੈ ਨਾ ਜੋ ਮਰਜ਼ੀ ਕਰਾ ਲਓ, ਇਹ ਫਿਰ ਨਹੀਂ ਮੰਨਦੇ। ਇਹਦਾ ਮਤਲਬ ਕੀ ਹੈ ਕਿ ਪੰਜਾਬ ਦਾ ਵੀ ਭਲਾ ਨਹੀਂ ਚਾਹੁੰਦੇ, ਕਿਸਾਨ ਨੂੰ ਵੀ ਗੁੰਮਰਾਹ ਕਰ ਰਹੇ ਆ, ਕਿਸਾਨ ਦਾ ਵੀ ਭਲਾ ਨਹੀਂ ਚਾਹੁੰਦੇ। ਗਰੇਵਾਲ ਸਾਹਿਬ, ਜੇ 3 ਬਿੱਲ ਜਿਹੜੇ 3 ਕਾਨੂੰਨ ਰੱਦ ਹੁੰਦੇ ਆ ਤਾਂ ਕੀ ਨੁਕਸਾਨ ਆ ਬੀਜੇਪੀ ਦਾ? ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਬੰਗਾਲ ਦੇ ਵਿੱਚ ਵੀ ਵਿਰੋਧ ਹੋਇਆ। ਬੰਗਾਲ 'ਚ ਕਿਹੜਾ ਵਿਰੋਧ ਹੋਇਆ? 2/3 ਮੈਜੋਰਟੀ ਆਉਣ ਜਾ ਰਹੀ ਹੈ। ਇਹਨਾਂ ਨੂੰ ਕਿਹੜਾ ਪੁੱਛਦਾ ਬੰਗਾਲ 'ਚ? ਇਹਨਾਂ ਨੂੰ ਉਦੋਂ ਵੀ ਉੱਪਰ ਜਾ ਕੇ ਸਮਾਨ ਸਾਡਾ ਵਿਰੋਧ। ਵੱਡੀਆਂ ਰੈਲੀਆਂ ਕੀਤੀਆਂ ਕਿਸਾਨ ਆਗੂਆਂ ਨੇ। ਉਹ ਕਿਹੜੀਆਂ ਵੱਡੀਆਂ ਕੀਤੀਆਂ ਨੇ ਯਾਰ? ਕਿਉਂ ਐਵੇਂ ਇਹਨਾਂ ਨੂੰ ਸਿਰ ਚੜਾਈ ਜਾਂਦੇ? ਇੱਥੋਂ ਬੰਦੇ ਲੈ ਗਏ, ਉਹੀ ਬੰਦੇ ਉੱਥੇ ਸੀ। ਹਾਂ, ਉਹ ਤਾਂ ਇੱਥੋਂ ਲਿਜਾ ਕੇ ਪੰਜਾਬ ਤੋਂ ਲਿਜਾ ਕੇ ਜਿੱਥੇ ਮਰਜ਼ੀ ਕਰ ਲਓ। ਐਵੇਂ ਇਹਨਾਂ ਗੱਲਾਂ 'ਚ ਨਾ ਪਿਆ ਕਰੋ ਤੁਸੀਂ। ਕੋਈ ਰੈਲੀ ਰੂਲੀ ਨਹੀਂ ਆਉਂਦੀ ਹੋਈ ਔਰ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਉੱਥੇ ਅਸੀਂ ਜਿੱਤ ਰਹੇ ਹਾਂ, ਉਦੋਂ ਕਿੱਦਾਂ ਸ਼ਰਮਸਾਰ ਹੋਣਗੇ ਉਦੋਂ ਦੇਖਿਓ ਇਹਨਾਂ ਨੂੰ। ਤੁਸੀਂ ਕਿਹਾ ਕਿ ਲਗਾਤਾਰ ਭਾਜਪਾ ਜਿਹੜੀ ਉਹ ਦੱਸ ਦਿੰਦੀ ਆ ਕਿ ਜਿੱਥੋਂ ਵੀ ਲੜਾਈ ਲੜਨੀ ਹੋਵੇ ਉਹ ਕਹਿੰਦੇ ਆ ਭਾਜਪਾ ਵਾਲੇ ਪਹਿਲਾਂ ਰਿਜ਼ਲਟ ਦੱਸ ਦਿੰਦੇ ਆ ਕਿ ਅਸੀਂ ਜਿੱਤਾਂਗੇ ਇੱਥੋਂ। ਪੰਜਾਬ ਦੇ ਵਿੱਚ ਤੁਸੀਂ ਇਹ ਕੀ ਕਰਨਾ ਚਾਹੁੰਦੇ? ਪੰਜਾਬ ਦੇ ਵਿੱਚ ਜਿੱਤਣ ਲਈ ਲੜਾਂਗੇ, ਕੋਈ ਹਾਰਨ ਲਈ ਪਾਰਟੀ ਲੜਨੀ ਹੈ। ਕਿੰਨੀਆਂ ਸੀਟਾਂ ਲੜੋਗੇ? 117 ਹੀ ਲੜਾਂਗੇ। ਪੂਰੀ 117? ਗਠਬੰਧਨ ਕਰੋਗੇ ਕਿਸੇ ਦੇ ਨਾਲ ਪੰਜਾਬ ਦੇ? ਕੋਈ ਗਠਬੰਧਨ ਨਹੀਂ। ਤਾਂ ਗਰੇਵਾਲ ਸਾਹਿਬ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਹੋਣਗੇ? ਨਹੀਂ, ਇਹੋ ਜਿਹਾ ਕੁਛ ਨਹੀਂ ਹੈ। ਨਾ ਮੈਂ ਮੁੱਖ ਮੰਤਰੀ ਦਾ ਚਿਹਰਾ ਤੇ ਨਾ ਮੈਂ ਬਣਨਾ, ਤੇ ਨਾ ਮੈਂ ਪਾਰਟੀ ਨੂੰ ਕਦੇ ਕਿਹਾ ਕੋਈ ਚੀਜ਼ ਮੈਂ ਨਹੀਂ ਮੰਗੀ। ਮੇਰਾ ਰੋਲ ਮੇਰੀ ਪਾਰਟੀ ਤੈਅ ਕਰਦੀ ਹੈ, ਮੇਰਾ ਸੰਗਠਨ ਤੈਅ ਕਰਦਾ। ਮੈਂ ਆਪਣਾ ਰੋਲ ਕਦੇ ਖੁਦ ਨਹੀਂ ਤੈਅ ਕੀਤਾ। ਮੈਂ ਉਹ ਕਾਰਜਕਰਤਾ ਜਿਹੜਾ ਸੰਗਠਨ ਦਾ ਸਰਮਾਇਆ। ਸੰਗਠਨ ਮੈਨੂੰ ਜਿੱਥੇ ਚਾਹੇ ਇਸਤੇਮਾਲ ਕਰ ਲੈ। ਕਿੰਨੀਆਂ ਸੀਟਾਂ ਲੱਗਦਾ ਤੁਹਾਨੂੰ ਜਿੱਤੋਗੇ ਪੰਜਾਬ ਦੇ ਵਿੱਚ ਆਉਂਦੀਆਂ ਵਿਧਾਨ ਸਭਾ? ਇਹ ਤਾਂ ਕੋਈ ਜੋਤਸ਼ੀ ਲੈ ਕੇ ਆਉਣੇ ਆ, ਉਹਦੇ ਕੋਲ ਪੁੱਛ ਲਾਂਗੇ ਜੋਤਿਸ਼ ਵੀ ਕਿੰਨੀਆਂ ਜਿੱਤਾਂਗੇ। ਮੈਨੂੰ ਤਾਂ ਮੈਂ ਸਿੱਖਿਆ ਨਹੀਂ ਜੋਤਿਸ਼ ਪੂਰਾ, ਅਜੇ ਮੈਂ ਕੱਚਾ ਹੈਗਾ। ਤੁਸੀਂ ਕਹਿੰਦੇ ਨਾ ਵੀ ਬੰਗਾਲ ਦੇ ਵਿੱਚ ਜਿੱਤ ਰਹੇ ਆ, ਤਾਂ ਕਿੰਨੇ ਜਿੱਤ ਰਹੇ? ਉੱਥੇ ਲੋਕਾਂ ਦਾ ਸਮਰਥਨ ਮਿਲ ਰਿਹਾ ਨਾ। ਲੋਕਾਂ ਦਾ ਸਮਰਥਨ, ਜਨ ਸਮਰਥਨ ਸਾਨੂੰ ਮਿਲ ਰਿਹਾ। ਸਾਡਾ ਪ੍ਰਧਾਨ ਮੰਤਰੀ ਜਾਂਦਾ 10-10 ਲੱਖ ਦਾ ਇਕੱਠ ਹੁੰਦਾ, ਤੇ ਮਮਤਾ ਕਿਤੇ ਜਾਂਦੀ ਹੈ ਤਾਂ 50,000 ਦਾ 20,000 ਦਾ ਇਕੱਠ ਹੁੰਦਾ। ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ? ਕਿੱਥੇ ਕੋਈ ਵਿਰੋਧ ਨਹੀਂ ਹੋ ਰਿਹਾ। ਇਹ ਭਗਤੀ ਹੈਗਾ, ਇਹਨਾਂ ਦਾ ਪਤਾ ਲੱਗਦਾ। ਇਹ ਤਾਂ ਖਿੰਡ ਜਾਣੇ ਆ। ਇਹ ਤਾਂ ਜਿਵੇਂ ਬੇਰਾਂ ਦੀ ਟੋਕਰੀ ਖਿੰਡਦੀ ਹੈ ਨਾ, ਐ ਖਿੰਡ ਜਾਣੇ ਆ। ਆਹ ਗੁਰਾਹਾਂ ਗਿਆ, ਰਾਜੇਵਾਲ ਗਿਆ, ਦਰਸ਼ਨਪਾਲ ਗਿਆ, ਐ ਹੋਣੇ ਆ। ਤੇ ਸੁਖਬੀਰ ਸਿੰਘ ਬਾਦਲ? ਸੁਖਬੀਰ ਸਿੰਘ ਬਾਦਲ ਉਹ ਤਾਂ ਸਤਿਕਾਰਯੋਗ ਲੀਡਰ ਨੇ ਭਾਈ। ਉਹ ਪੋਲੀਟੀਕਲ ਪਾਰਟੀ ਚਲਾਉਂਦੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ। ਮੈਂ ਕਿਸੇ ਲਈ ਵੀ, ਕੋਈ ਕਾਂਗਰਸ ਲਈ, ਕਿਸੇ ਲਈ ਕੋਈ ਇੱਦਾਂ ਦਾ ਨਹੀਂ ਕਰਦਾ। ਤਾਂ ਮੈਨੂੰ ਇਹ ਕਿਸਾਨ ਲੀਡਰ ਜਿਹੜੇ ਗਾਲਾਂ ਕੱਢਦੇ ਆ, ਮੈਂ ਤਾਂ ਇੰਨਾ ਕੁ ਬੋਲ ਦਿੰਦਾ। ਨਹੀਂ, ਮੈਂ ਇਹਨਾਂ ਨੂੰ ਨਹੀਂ ਬੋਲਦਾ। ਮੈਂ ਰਾਜੇਵਾਲ ਦਾ ਵੀ ਸਤਿਕਾਰ ਕਰਦਾ ਔਰ ਮੈਂ ਉਗਰਾਹਾਂ ਨਾਲ ਵੀ ਉਹਦਾ ਵੀ ਸਤਿਕਾਰ ਕਰਦਾ। ਪਰ ਉਹ ਉਗਰਾਹਾਂ ਕਹਿੰਦਾ ਕਿ ਮੈਂ ਪਾਗਲ ਹੈਗਾ। ਮੈਨੂੰ ਅਜੇ ਤੱਕ ਨਹੀਂ ਪਤਾ ਲੱਗਿਆ। ਉਹਨੂੰ ਕਹੋ ਜੇ ਕੋਈ ਮੇਰਾ ਸਰਟੀਫਿਕੇਟ ਹੈਗਾ ਭੇਜ ਦੇਵੇ। ਗਰੇਵਾਲ ਸਾਹਿਬ, ਜੇਕਰ ਵਿਧਾਨ ਸਭਾ ਚੋਣਾਂ ਦੇ ਵਿੱਚ 30 ਸੀਟਾਂ, ਜੇਕਰ ਸ਼੍ਰੋਮਣੀ ਅਕਾਲੀ ਦਲ ਦੀਆਂ 30 ਆਉਂਦੀਆਂ, ਬੀਜੇਪੀ ਦੀਆਂ 30 ਆਉਂਦੀਆਂ, ਸਰਕਾਰ ਬਣਾਓਗੇ ਗਠਬੰਧਨ ਕਰਕੇ? ਉਹ ਬਾਅਦ ਦੀਆਂ ਗੱਲਾਂ ਨੇ ਜੀ। ਉਹਦਾ ਤਾਂ ਮੈਂ ਇਕੱਲੇ ਨੇ ਫੈਸਲਾ ਥੋੜਾ ਕਰਨਾ। ਉਹ ਤਾਂ ਸਾਡੀ ਹਾਈ ਕਮਾਂਡ ਬੈਠੀ ਆ, ਉਹ ਫੈਸਲਾ ਕਰਨਗੇ, ਸਾਡੀ ਰਾਏ ਮੰਗਣਗੇ, ਅਸੀਂ ਦੇ ਦਿਆਂਗੇ। ਅਜੇ ਕੋਈ ਇਹਨਾਂ ਗੱਲਾਂ ਤੇ ਵਿਚਾਰ ਨਹੀਂ। ਅਜੇ ਤਾਂ ਇਹ ਆ ਕਿ ਅਸੀਂ ਬਹੁਮਤ ਲਵਾਂਗੇ। ਅਸੀਂ ਤਾਂ ਉਹਦੇ ਲਈ ਲੜਾਂਗੇ। ਹਰਜੀਤ ਗਰੇਵਾਲ ਜਿਹੜੇ ਨੇ ਉਹ ਕਿਹਦੇ ਨਾਲ ਮੁਕਾਬਲਾ ਕਰਨਾ ਚਾਹੁੰਦੇ? ਕੈਪਟਨ ਨੂੰ ਹਰਾਓਗੇ ਜਾਂ ਸੁਖਬੀਰ ਸਿੰਘ ਬਾਦਲ ਨੂੰ ਹਰਾਓਗੇ? ਅਸੀਂ ਕਿਸੇ ਨਾਲ ਨਹੀਂ ਮੁਕਾਬਲਾ ਕਰਨਾ। ਮੈਂ ਤਾਂ ਆਪਦੀ ਸੀਟ ਲੜਨੀ ਹੈ ਰਾਜਪੁਰੇ ਦੀ, ਔਰ ਉਹ ਜਿੱਤਣੀ ਹੈ। ਇਹ ਮੈਂ ਕੰਮ ਕੀਤਾ ਹੈਗਾ। ਲੋਕ ਮੈਨੂੰ ਪਿਆਰ ਵੀ ਕਰਦੇ ਆ ਉੱਥੇ, ਇਹੀ ਗੱਲ ਨਹੀਂ ਹੈ। ਬਹੁਤ ਲੋਕ ਖਰਾਬ ਕਰਨ ਦੀ ਵੀ ਕੋਸ਼ਿਸ਼ ਕਰਦੇ ਆ, ਤੇ ਇਸ ਕਰਕੇ ਕੋਈ ਐਸੀ ਗੱਲ ਨਹੀਂ। ਗਰੇਵਾਲ ਸਾਹਿਬ, ਜੇਕਰ ਇਦਾਂ ਵਿਰੋਧ ਹੁੰਦਾ ਰਿਹਾ ਤਾਂ ਕਿਵੇਂ ਜਿੱਤੋਗੇ? ਕਿਵੇਂ? ਅਰੇ ਯਾਰ, ਵਿਰੋਧ ਚੋਂ ਹੀ ਵਿਕਾਸ ਹੁੰਦਾ। ਠੀਕ ਹੈ, ਘਰ ਬੈਠੇ ਦਾ ਕਿਸੇ ਮਾਂ ਦੀ ਗੋਦ 'ਚ ਕੋਈ ਨਹੀਂ ਲੀਡਰ ਬਣਦਾ। ਲੀਡਰ ਤਾਂ ਇਦਾਂ ਹੀ ਬਣਦੇ ਆ, ਇੱਟਾਂ ਖਾ ਕੇ, ਪੱਥਰ ਖਾ ਕੇ, ਗਾਲਾਂ ਖਾ ਕੇ, ਔਰ ਫਿਰ ਸੰਘਰਸ਼ ਕਰਕੇ। ਲੀਡਰ ਐ ਨਹੀਂ ਬਣਦੇ ਹੈਗੇ। ਸਮਝ ਗਏ ਗੱਲ? ਆਹ ਹੁਣ ਪੁੱਛ ਲਓ, ਉਗਰਾਹਾਂ ਨੇ ਆਪਣੀ ਜਥੇਬੰਦੀ ਖੜੀ ਕੀਤੀ ਆ, ਕਿੰਨੇ ਸਾਲ ਲਾਏ ਆ, ਕਿੱਦਾਂ ਉਹਦੇ ਸਾਰੇ ਉਹ ਨਾਗੀ ਰੈਡੀ ਗਰੁੱਪ ਦੇ ਬੰਦੇ ਲੱਗੇ ਰਹੇ ਆ, ਕਿੰਨੇ ਪ੍ਰੋਫੈਸਰ ਲੱਗੇ ਰਹੇ ਆ ਉਹਦੇ 'ਚ, ਕਿੰਨੇ ਦੂਜੇ ਲੋਕਾਂ ਨੇ ਕੰਮ ਕੀਤਾ। ਉਹ ਪੁੱਛ ਲੈਣਾ ਉਹਨਾਂ ਕੋਲੋਂ। ਸੱਚ ਬੋਲਦੇ ਨਹੀਂ ਹੈਗੇ। ਜੇ ਬੋਲਣਗੇ, ਮੈਨੂੰ ਪਤਾ ਉਹਨਾਂ ਦੀ ਜਥੇਬੰਦੀ ਆ ਤਾਂ ਖੜੀ ਹੋਈ ਹੈ। ਕੈਡਰ ਇਦਾਂ ਨਹੀਂ ਖੜਾ ਹੁੰਦਾ। ਤੇ ਮੈਨੂੰ ਵੀ 35 ਸਾਲ ਹੋ ਗਏ ਤੁਰੇ ਫਿਰਦੇ ਨੂੰ। ਤੇ ਕੈਡਰ ਇਦਾਂ ਨਹੀਂ ਖੜਾ ਉਹ ਕੀਤਾ ਜਿਹੜਾ ਬੀਜੇਪੀ ਦਾ ਪੰਜਾਬ 'ਚ ਆ। ਸਾਰੇ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਲੱਗੇ। ਬਹੁਤ ਸਾਰੇ ਲੋਕ ਤਾਂ ਆਤੰਕਵਾਦ ਦੇ ਪੀਰੀਅਡ 'ਚ ਸ਼ਹਾਦਤ ਦੇ ਗਏ ਨੇ।
ਇਸ ਦੇ ਸਾਡੇ ਜਿਹੜੇ ਹੈਗੇ ਆ ਇਸ ਸੂਬੇ ਦੀ ਏਕਤਾ ਅਖੰਡਤਾ ਲਈ। ਤਾਂ ਬੀਜੇਪੀ ਦਾ ਜਿਹੜਾ ਮੁੱਖ ਮੁੱਦਾ ਕੀ ਹੋਵੇਗਾ ਇਹ ਚੋਣਾਂ ਲੜਨ ਵੇਲੇ? ਰਾਸ਼ਟਰਵਾਦ ਹੋਵੇਗਾ ਜਾਂ ਕੁਝ ਹੋਰ ਹੋਵੇਗਾ? ਮੁੱਦੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ, ਰਾਸ਼ਟਰਵਾਦ ਹੋਵੇਗਾ। ਮੁੱਦੇ ਸਾਰਿਆਂ ਨੇ ਬੈਠ ਕੇ ਤੈਅ ਕਰਨੇ ਆ। ਇੱਕ ਮੁੱਦਾ ਤਾਂ ਇਹ ਹੋਏਗਾ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ 'ਚ ਭਾਈਚਾਰਕ ਸਾਂਝ, ਪੰਜਾਬ ਦਾ ਵਿਕਾਸ, ਪੰਜਾਬ ਦਾ ਜਿਹੜਾ ਹੈਗਾ ਜਿਸ ਤਰ੍ਹਾਂ ਸਾਰੇ ਹੀ ਇਹਦੇ ਡਿਵੈਲਪਮੈਂਟ ਦੇ ਵਿੱਚ ਇਕੱਠੇ ਹੋ ਕੇ ਲੱਗਣ, ਤੇ ਆ ਜਿਹੜੇ ਅਲਗਾਵਵਾਦੀ ਨੇ ਇਹਨਾਂ ਨੂੰ ਅਲੱਗ ਥਲੱਗ ਕਰਾਂਗੇ ਕਿਸੇ ਵੀ ਹਾਲਤ 'ਚ। ਇਹਨਾਂ ਦੇ ਖਿਲਾਫ ਵੀ ਬੋਲਾਂਗੇ, ਇਹਨਾਂ ਦੇ ਵੀ ਘਰਾਓ ਹੋਇਆ ਕਰਨੇ। ਖਿਲਾਫ ਤਾਂ ਤੁਸੀਂ ਬੋਲ ਰਹੇ ਹੋ ਲਗਾਤਾਰ ਤੁਸੀਂ। ਨਾ ਅਜੇ ਨਹੀਂ। ਜਿਹੜਾ ਗੁਰਾਹਾਂ ਕਹਿੰਦਾ ਨਾ ਇੱਥੇ ਵੜ ਕੇ ਦਿਖਾਵੇ, ਉੱਥੇ ਮੇਰੇ ਪਿੰਡ 'ਚ ਵੀ ਮੈਨੂੰ ਕਹਿੰਦਾ ਤੂੰ ਵੜ ਕੇ ਦਿਖਾ, ਮੈਂ ਉਹਦੇ ਪਿੰਡ 'ਚ ਵੀ ਜਾ ਕੇ ਆਊਂਗਾ। ਅੱਜ ਮੈਂ ਕਹਿਣਾ ਗੁਰਾਹਾਂ ਨੂੰ ਚੈਲੰਜ ਹੈ ਮੇਰਾ, ਉਹਦੇ ਪਿੰਡ 'ਚ ਵੀ ਜਾਊਂਗਾ। ਹਰਜੀਤ ਗਰੇਵਾਲ ਜਿਹੜੇ ਨੇ ਇਹ ਡੈਮੋਕ੍ਰੇਸੀ ਆ, ਰੋਕ ਨਹੀਂ ਸਕਦਾ ਉਹ। ਇੱਦਾਂ ਕੋਈ ਡਿਕਟੇਟਰ ਥੋੜਾ ਹੈਗਾ ਹੈ। ਜਾਂ ਵੀ ਉਹ ਜਿਵੇਂ 22 ਪੁਲਿਸ ਵਾਲੇ ਸਾਡੇ ਸ਼ਹੀਦ ਕਰਤੇ ਆ ਉੱਥੇ ਨਕਸਲਾਈਟਾਂ ਨੇ, ਬਈ ਉੱਦਾਂ ਦਾ ਜੇ ਟਾਈਮ ਨਹੀਂ ਆਇਆ ਜੇ ਉਹ ਫੌਜ ਇਹ ਤਿਆਰ ਕਰੇ। ਇਹਨੂੰ ਤਿਆਰ ਨਹੀਂ ਕਰਨ ਦਿਆਂਗੇ ਅਸੀਂ। ਉਹ ਤਾਂ ਉਹਨਾਂ ਚੋਂ ਨਿਕਲੇ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਵਿੱਚੋਂ ਨਿਕਲੇ ਨੇ। ਹੋਰ ਕੀ ਨੇ? ਕਾਮਰੇਡ ਤੇ ਨਕਸਲਾਈਟ ਹੋਰ ਕੀ ਹੁੰਦੇ ਆ? ਤੇ ਉਹ ਧਮਕੀਆਂ ਜਿੱਦਾਂ ਦਿੰਦੇ ਆ ਉਹਨਾਂ ਦਾ ਇਹ ਮਾਓਵਾਦੀ ਆਵਾਜ਼ ਬੰਦ ਕਰਦੇ ਹੁੰਦੇ ਆ ਲੋਕਾਂ ਦੀ। ਤਾਂ ਦੂਜਾ ਸਧਾਰਨ ਬੰਦਾ ਨਹੀਂ ਕਰਦਾ। ਇਹ ਕਾਮਰੇਡ ਤੇ ਇਹੀ ਧਮਕੀਆਂ ਦਿੰਦੇ ਨੇ। ਹੁਣ ਰਾਜੇਵਾਲ ਨੂੰ ਕਹਿ ਦਿਓ, ਰਾਜੇਵਾਲ ਜੀ ਕਦੇ ਧਮਕੀ ਨਹੀਂ ਦੇਣਗੇ, ਧਮਕੀ ਇਹੀ ਦੇਣਗੇ ਵੀ ਅਸੀਂ ਆਹ ਕਰਦੇ ਹਾਂ। ਉਹ ਤਾਂ ਇਹ ਕਹੇਗਾ ਵੀ ਭਾਈ ਅਸੀਂ ਵਿਰੋਧ ਕਰਾਂਗੇ ਤੇ ਅਸੀਂ ਸਾਡਾ ਧਰਨਾ ਪ੍ਰਦਰਸ਼ਨ ਹੱਕ ਆ। ਉਹ ਤਾਂ ਕਹਿੰਦੇ ਅਸੀਂ ਵੜਨ ਨਹੀਂ ਦੇਣਾ, ਅਸੀਂ ਕੁੱਟਾਂਗੇ ਵੀ, ਅਸੀਂ ਮਾਰਾਂਗੇ ਵੀ, ਅਸੀਂ ਵੱਢਾਂਗੇ ਵੀ। ਆਹ ਗੱਲਾਂ ਕਰਦੇ ਆ ਔਰ ਫਿਰ ਗਲੋਰੀਫਾਈ ਕਰਦੇ ਆ ਜਾ ਕੇ। ਉਹ ਡੱਲੇਵਾਲ ਦੇਖੋ ਸਟੇਜ ਤੇ ਜਾ ਕੇ ਗਲੋਰੀਫਾਈ ਕਰ ਰਿਹਾ ਸਾਡੇ ਐਮਐਲਏ ਤੇ ਹਮਲੇ ਨੂੰ। ਨਿੰਦਾ ਨਹੀਂ ਕੀਤੀ ਇਹਨਾਂ ਨੇ। ਅਜੇ ਤਾਂ ਇਹ ਹੋਰ ਬਹੁਤ ਕੁਝ ਕਰਨ ਵਾਲੇ ਸੀ। ਪੰਜਾਬ ਸਰਕਾਰ ਨੇ ਰੋਕੇ ਨੇ, ਕਿਉਂਕਿ ਸਰਕਾਰ ਦੇ ਬੰਦੇ ਆਏ, ਉਹਨਾਂ ਨੇ ਰੋਕੇ ਵੀ ਉੱਥੇ ਨਾ ਜਾਓ ਮਲੋਟ, ਤੁਸੀਂ ਧਰਨਾ ਪ੍ਰਦਰਸ਼ਨ ਦੂਜੇ ਦਿਨ ਨਾ ਕਰੋ। ਇਹਨਾਂ ਦੇ 3-4 ਲੀਡਰਾਂ ਨੂੰ ਰੋਕਿਆ, ਮੈਨੂੰ ਪਤਾ ਉਸ ਦਾ। ਪਰਚੇ ਵੀ ਹੋਏ ਨੇ, ਕੀ ਗੱਲ ਤੁਹਾਨੂੰ ਲੱਗਦਾ ਕਿ ਪਰਚੇ ਕੀ ਜਾਲੀ ਨੂਰਾ ਕੁਸ਼ਤੀ ਹੋਈ ਹੈ ਯਾਰ ਸਰਕਾਰ ਦੀ, ਤੇ ਉਹਨਾਂ ਦੀ ਪਰਚੇ ਕਦੇ ਹੋਏ? ਇਹੋ ਜਿਹੇ ਪਰਚੇ ਹੁਣ ਤਾਂ ਜ਼ਮਾਨਤ ਹੋ ਜੇ ਉਹਨਾਂ ਦੀ। ਕੀ ਗੱਲ ਕਰਦੇ ਆ? ਗਰੇਵਾਲ ਸਾਹਿਬ ਮੇਰਾ ਆਖਰੀ ਸਵਾਲ ਆ ਕਿ ਕਿਸਾਨ ਅੰਦੋਲਨ ਜਿਹੜਾ ਵਾ ਉਹ ਗਰੇਵਾਲ ਸਾਹਿਬ ਕਿਹੜੀ ਕੜੀ ਬੰਨ੍ਹਗੇ ਵਿੱਚ, ਕਿੱਦਾਂ ਲੋਕਾਂ ਨੂੰ ਸਮਝਾਉਣਗੇ, ਕਿਸਾਨਾਂ ਨੂੰ ਕਿਵੇਂ ਸਮਝਾਉਣਗੇ ਕਿ ਜਿਹੜਾ ਇਹ ਖਤਮ ਹੋ ਸਕੇ? ਲਗਾਤਾਰ ਤੁਸੀਂ ਜਿਆਣੀ ਸਾਹਿਬ ਤੁਸੀਂ ਲੱਗੇ ਹੋਏ ਹੋਰ ਚੱਲਣ ਦਿਓ। ਕਿਸਾਨ ਨੇ ਆਪਣੇ ਆਪ ਸਮਝ ਜਾਣਾ ਕਿ ਸਾਨੂੰ ਗੁੰਮਰਾਹ ਕਰਦੇ ਆ। ਮੈਂ ਕਿਸਾਨ ਵੀਰਾਂ ਨੂੰ ਤੁਹਾਡੇ ਮਾਧਿਅਮ ਨਾਲ ਪ੍ਰਾਰਥਨਾ ਕਰਦਾ ਕਿ ਸਰਕਾਰ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਣ ਲਈ ਤਿਆਰ ਆ। ਆਹ ਜਿਹੜੇ ਲੀਡਰ ਉਹਨਾਂ ਨੇ ਅੱਗੇ ਲਾਏ ਨੇ ਇਹ ਬਿਲਕੁਲ ਖਤਮ ਨਹੀਂ ਹੋਣ ਦੇ ਰਹੇ। ਅੰਦੋਲਨ ਨੂੰ ਜਾਣ ਕੇ ਲੰਬਾ ਕਰ ਰਹੇ ਆ, ਕਿਸਾਨ ਨੂੰ ਸੰਘਰਸ਼ 'ਚ ਪਾ ਰਹੇ ਆ, ਕਿਸਾਨ ਦੇ ਹੋਰ ਬਹੁਤ ਸਾਰੇ ਨੁਕਸਾਨ ਕਰਵਾ ਦੇਣੇ ਆ। ਜਿਸ ਤਰ੍ਹਾਂ ਬਿਜਲੀ ਦਾ ਬਿੱਲ ਸੀ ਉਹ ਮੰਨ ਲਿਆ ਸਰਕਾਰ ਨੇ, ਜਿਸ ਤਰ੍ਹਾਂ ਆਹ ਡਾਇਰੈਕਟਰ ਅਦਾਇਗੀ ਦੀ ਕੋਈ ਗੱਲ ਨਹੀਂ ਸੀ ਉਹ ਵੀ ਸਰਕਾਰ ਮੰਨਦੀ ਸੀ, ਤੇ ਬਾਕੀ ਵੀ ਸਾਰੀਆਂ ਚੀਜ਼ਾਂ ਸੀ। ਇਹ ਸਾਰੀਆਂ ਚੀਜ਼ਾਂ ਇਹ ਵਿਗਾੜ ਰਹੇ ਨੇ ਖੁਦ ਕਿਸਾਨ ਲੀਡਰ, ਨਾ ਕਿ ਕਿਸਾਨ। ਕਿਸਾਨ ਜੈਨੂਨ ਬੈਠਾ ਉਹ ਲੜਾਈ ਲੜ ਰਿਹਾ, ਨਾ ਕਿਸੇ ਉਹਨਾਂ ਨੂੰ ਕਹਤਾ ਤੁਹਾਡੀ ਜ਼ਮੀਨਾਂ ਤੇ ਕਬਜ਼ਾ ਹੋ ਜੂ, ਨਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਹੋਣਾ। ਜਿੱਦਣ ਉਹਨੂੰ ਸਮਝ ਆ ਗਈ ਵੀ ਨਾ ਕਬਜ਼ਾ ਹੋਣਾ ਨਾ ਕੁਛ ਹੋਣਾ, ਉਦੋਂ ਕਿਸਾਨ ਨੇ ਇਹਨਾਂ ਨੂੰ ਬੰਦੇ ਬਣਾ ਦੇਣਾ। ਗੁਰਾਹਾਂ ਹੋਣੀ ਸਾਰੇ ਇਹ ਲੱਭੇ ਨਹੀਂ ਮਿਲਣੇ। ਉਹ ਤਾਂ ਕਹਿੰਦਾ ਮੈਂ ਲੱਭਿਆ ਮਿਲੂੰਗਾ, ਗਰੇਵਾਲ ਨਹੀਂ ਮਿਲਣਾ। ਮੈਂ ਕਹਿੰਦਾ ਕਿ ਉਹ ਝੂਠੇ ਆ, ਅਸੀਂ ਸੱਚੇ ਆ। ਗੁਰੂ ਨਾਨਕ ਨੇ ਵੀ ਕਿਹਾ ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਦੋਂ ਅਸੀਂ ਸੱਚ ਦੇ ਰਸਤੇ ਤੇ ਹਾਂ ਸਾਡਾ ਨੁਕਸਾਨ ਨਹੀਂ ਕਰ ਸਕਦੇ। ਗੁਰੂ ਨਾਨਕ ਸਾਡੇ ਨਾਲ ਨੇ ਤੇ ਇਹ ਕੁਛ ਨਹੀਂ ਵਿਗਾੜ ਸਕਦੇ। ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਿੰਨਾ ਮਰਜ਼ੀ ਝੂਠ ਬੋਲ ਲੈਣ, ਮੈਨੂੰ ਪਾਗਲ ਕਹਿਣ, ਮੈਨੂੰ ਸ਼ੁਦਾਈ ਕਹਿਣ, ਮੇਰੀ ਪਾਰਟੀ ਮੇਰੇ ਤੇ ਭਰੋਸਾ ਕਰਦੀ ਹੈ, ਮੇਰੇ ਪ੍ਰਧਾਨ ਮੰਤਰੀ ਕਰਦੇ ਆ, ਮੇਰੀ ਸਰਕਾਰ ਕਰਦੀ ਹੈ। ਇਸ ਕਰਕੇ ਅਸੀਂ ਕੁਛ ਨਹੀਂ ਮੰਨਦੇ। ਕਿਵੇਂ ਜੇਕਰ ਤੁਸੀਂ ਕਿਸਾਨਾਂ ਨੂੰ ਸਮਝਾਉਣ ਜਾਓ, ਕਿਹੜਾ ਕੇਡਰ ਜਿਹੜਾ ਵਾ ਉਹ ਗਠਿਤ ਕਰੇਗੀ ਬੀਜੇਪੀ ਕਿ ਜਿਹੜਾ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਕਿਸਾਨਾਂ ਨੂੰ ਸਮਝਾਵੇ? ਕਿਵੇਂ ਸਾਰਾ ਕੁਝ ਜਾ ਹੀ ਰਹੇ? ਸਾਡੀਆਂ ਸੰਗਠਨਾਤਮਕ ਬੈਠਕਾਂ ਚੱਲ ਰਹੀਆਂ ਨੇ, ਸਭ ਕੁਝ ਚੱਲ ਰਿਹਾ। ਕਿੱਦਾਂ ਕੀ ਸਮਝਾਉਣਾ ਹੁੰਦਾ? ਅਸੀਂ ਵੀ ਲੋਕਾਂ ਨੂੰ ਜਾਣਾ, ਲੋਕ ਸਾਨੂੰ ਸਮਝ ਜਾਣਗੇ ਤੇ ਇਹਨਾਂ ਨੂੰ ਸਮਝ ਜਾਣਗੇ। ਇੱਕ ਨੂੰ ਤਾਂ ਉਹ ਸਮਝਾ ਹੀ ਦੇਣਗੇ, ਫਿਰ ਇਹਨਾਂ ਨੂੰ ਹੀ ਸਮਝਾਉਣਗੇ। ਗਰੰਟੀ ਮੈਂ ਦਿੰਦਾ ਕਿਸਾਨ ਲੀਡਰ ਨਹੀਂ ਲੱਭਣੇ ਮਿਲਣੇ। ਪਹਿਲਾਂ ਵੀ ਇਹਨਾਂ ਨੇ ਇਹੋ ਜਿਹਾ ਕੁਛ ਕੀਤਾ, ਪਹਿਲਾਂ ਵੀ ਚੋਣਾਂ ਵੀ ਲੜੀਆਂ ਸੀ, ਇਹ ਚੋਣਾਂ ਵੀ ਲੜਨਗੇ। ਇਹ ਪਾਰਟੀ ਸਿਆਸੀ ਪਾਰਟੀ ਵੀ ਬਣਾਉਣਗੇ, ਸਭ ਕੁਝ। ਕਹਿੰਦੇ ਅਸੀਂ ਚੋਣਾਂ ਨਹੀਂ ਲੜਨੀਆਂ। ਉਹ ਯਾਰ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ। ਪਹਿਲਾਂ ਨਹੀਂ ਸੀ ਲੜੀਆਂ, ਪਹਿਲਾਂ ਵੀ ਅੰਦੋਲਨ ਹੋਇਆ ਸੀ। ਫਿਰ ਤਾਂ ਲੱਗਦਾ ਜਿਹੜੀਆਂ ਸਿਆਸੀ ਰੈਲੀਆਂ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ, ਮਹਾਂਪੰਚਾਇਤਾਂ ਕੀਤੀਆਂ ਜਾਵੇ, ਸਿਆਸੀਕਰਨ ਹੋ ਰਿਹਾ ਅੰਦੋਲਨ ਦਾ? ਉਹ ਸਿਆਸੀਕਰਨ ਤਾਂ ਪਹਿਲੇ ਦਿਨੋਂ ਹੀ ਆ, ਸਮਝ ਗਏ ਗੱਲ? ਸਿਆਸੀਕਰਨ ਤਾਂ ਪਹਿਲੇ ਦਿਨੋਂ ਹੀ ਹੋਇਆ। ਨਹੀਂ ਤਾਂ ਜਿੰਨੀਆਂ ਗੱਲਾਂ ਮੰਨ ਲਈਆਂ ਸੀ ਸਰਕਾਰ ਨੇ, ਇਹ ਅੰਦੋਲਨ ਖਤਮ ਹੋ ਜਾਂਦਾ। ਠੀਕ ਹੈ, ਤਾਂ ਇਹਦੇ 'ਚ ਸਹੀ ਗੱਲ ਇਹ ਆ ਕਿ ਇਹ ਜਾਣਬੁੱਝ ਕੇ ਤੁਸੀਂ ਲਓ। ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਤੁਸੀਂ ਕਹਦੇ ਉਹਨਾਂ ਨੂੰ ਜਾ ਕੇ 3 ਕਾਨੂੰਨ ਰੱਦ ਹੋ ਗਏ, ਹੋਰ ਡੰਡਾ ਖੜਾ ਕਰਕੇ ਬੈਠ ਜਾਣਗੇ। ਇਹ ਨਹੀਂ ਸਾਡਾ ਤਾਂ ਵੀ ਹੈ, ਸਾਡਾ ਤਾਂ ਵੀ ਹੈ। ਕਿਤੇ ਅੰਦੋਲਨ ਨਹੀਂ ਖਤਮ ਕਰਨਾ ਇਹਨਾਂ ਨੇ। ਇਹ ਜਿਹੜੇ ਕਮਿਊਨਿਸਟ ਨੇ ਇਹਨਾਂ ਦੀ ਇਹ ਆਦਤ ਹੁੰਦੀ ਹੈ, ਇਹ ਨੁਕਸਾਨ ਕੀਤੇ ਬਿਨਾਂ ਜਾਂਦੇ ਨਹੀਂ। ਜਿਹੜੀ ਫੈਕਟਰੀ ਦੇ ਝੰਡਾ ਲਾ ਦੇਣ ਉਹ ਬੰਦ ਕਰਵਾਏ ਬਿਨਾਂ ਜਾਂਦੇ ਨਹੀਂ। ਇਹ ਕਿਸਾਨ ਦਾ ਨੁਕਸਾਨ ਕਰਨਗੇ, ਪੰਜਾਬ ਦਾ ਨੁਕਸਾਨ। ਗਰੇਵਾਲ ਸਾਹਿਬ ਇੱਕ ਸਵਾਲ ਸਿਰਫ ਹੋਰ ਲੈਂਦੇ ਆ ਕਿ ਜੇਕਰ ਕਿਸਾਨ ਜਿਹੜੇ ਨੇ ਉਹ ਕਿਸਾਨ ਆਗੂ ਜਿਹੜੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਜਿਹੜੀ ਹੈ ਸੋਧਾਂ ਲਈ ਕਹਿ ਰਹੀ ਕਿ ਸੋਧਾਂ ਜਿਹੜੀਆਂ ਮੰਨ ਲੈਣ ਚਾਹੀਦੀਆਂ,
ਤੁਹਾਡੇ ਹਿਸਾਬ ਨਾਲ, ਤੁਸੀਂ ਕਿਸਾਨ ਹੋ, ਪੰਜਾਬ ਤੋਂ ਬਿਲੋਂਗ ਕਰਦੇ ਹੋ, ਤੁਹਾਡੇ ਹਿਸਾਬ ਨਾਲ ਸੋਧਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕਿਸਾਨੀ ਦੀ ਹਾਲਤ ਜਿਹੜੀ ਸੁਧਰ ਜਾਏ? ਜੇਕਰ 3 ਬਿੱਲ ਰੱਦ ਹੁੰਦੇ ਨੇ ਤਾਂ ਕੀ ਉਹ ਕਿਸਾਨੀ ਦੀ ਹਾਲਤ ਸੁਧਰ ਜਾਏਗੀ ਜਿੱਦਾਂ ਪੰਜਾਬ ਦੇ ਵਿੱਚ ਹੈ? ਬਿੱਲ ਲਾਗੂ ਹੋ ਗਏ, ਨਹੀਂ। ਹੋਲਡ ਤੇ ਨੇ ਨਾ। ਉਦੋਂ ਪਹਿਲਾਂ ਕਿਸਾਨ ਕਿਉਂ 1980 ਤੋਂ ਲੈ ਕੇ ਹੁਣ ਤੱਕ ਕਿਸਾਨ ਪੰਜਾਬ ਦਾ ਸੁਸਾਈਡ ਕਿਉਂ ਕਮਿਟ ਕਰ ਰਿਹਾ? ਜੇ ਖੇਤੀ ਇੰਨੀ ਵਧੀਆ ਹੁੰਦੀ, ਜੇ ਸਾਰਾ ਕੁਝ ਉਹਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੁੰਦਾ ਤੇ ਖੇਤੀ ਲਾਭ ਵਾਲਾ ਧੰਦਾ ਹੁੰਦਾ ਤੇ ਕਿਸਾਨ ਆਤਮ ਹੱਤਿਆ ਨਾ ਕਰਦਾ। ਉਦੋਂ ਇਹ ਉਗਰਾਹਾਂ ਹੋਣੀ ਕਿੱਥੇ ਗਏ ਸੀ? ਉਦੋਂ ਇਹ ਬਾਕੀ ਕਿੱਥੇ ਗਏ ਸੀ? ਔਰ ਅੱਜ ਵੀ ਬਿੱਲਾਂ ਦੇ ਲਾਗੂ ਹੋਣ ਨਾਲ ਵੀ ਕੋਈ ਫਰਕ ਨਹੀਂ ਪੈਣ ਵਾਲਾ, ਔਰ ਨਾ ਹੀ ਕੋਈ ਜਿਹੜੇ ਇਹਨਾਂ ਨੇ ਉਹਦੇ 'ਚ ਕਿਹਾ ਹੈਗਾ ਆਹ ਚੀਜ਼ਾਂ ਹੋਰ ਜੋੜ ਦਿਓ। ਇਹਨਾਂ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੋ ਜੂ, ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ। ਅਮਿਤ ਸ਼ਾਹ ਜੀ ਨੇ ਕਿਹਾ ਕੋਰਟ ਜਾਣ ਦਾ ਵੀ ਅਧਿਕਾਰ ਦਿੱਤਾ ਤੇ ਤੁਹਾਨੂੰ ਨਾਲ ਫਾਸਟ ਟਰੈਕ ਕੋਰਟ ਵੀ ਬਣਾ ਦਿੰਦੇ ਆ। ਫਿਰ ਇਹਨਾਂ ਨੇ ਕਿਹਾ ਜੀ ਸਾਡੇ ਬਿਜਲੀ ਦਾ ਬਿੱਲ ਨਾ ਲਾਗੂ ਕਰੋ। ਉਹਨਾਂ ਕਿਹਾ ਚਲੋ ਕਿਸਾਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਸਟਬਲ ਬਰਨਿੰਗ ਦਾ ਨਾ ਕਰੋ। ਉਹਨਾਂ ਨੇ ਕਿਹਾ ਚਲੋ ਇਹ ਵੀ ਨਹੀਂ ਕਰੇਗਾ, ਜੁਰਮਾਨਾ ਉੱਤੇ ਉਹ ਨਾ ਹੋਵੇ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਮੰਡੀ ਦਾ ਕਿ ਮੰਡੀ ਦੇ ਅੰਦਰ ਜੋ ਕਾਨੂੰਨ ਲਾਗੂ ਹੁੰਦਾ ਉਹੀ ਬਾਹਰ ਹੋਵੇ, ਆੜ੍ਹਤੀਆ ਹੀ ਅੰਦਰ ਖਰੀਦ ਕਰੇ, ਆੜ੍ਹਤੀਆ ਹੀ ਬਾਹਰ ਕਰੇ। ਉਹਨਾਂ ਨੇ ਕਿਹਾ ਚਲੋ ਇਹ ਵੀ ਹੋ ਗਿਆ, ਠੀਕ ਹੈ। ਤਾਂ ਉਸ ਦੇ ਬਾਵਜੂਦ ਵੀ ਇਹਨਾਂ ਨੇ ਅੰਦੋਲਨ ਰੱਦ ਨਹੀਂ ਕੀਤਾ। ਕਿਸਾਨ ਦਾ ਤੇ ਆੜ੍ਹਤੀਏ ਦਾ ਜਿਹੜਾ ਨੁਕਸਾਨ ਕਰਾ ਰਹੇ ਆ, ਇਹ ਕਿਸਾਨ ਲੀਡਰ ਕਰਾ ਰਹੇ ਆ। ਇਹ ਆੜ੍ਹਤੀਏ ਦਾ ਨੁਕਸਾਨ ਮੈਂ ਆੜ੍ਹਤੀਆਂ ਨੂੰ ਵੀ ਕਹਿਣਾ, ਇਹਨਾਂ ਤੋਂ ਸਾਵਧਾਨ ਹੋ ਜਾਓ, ਤੁਹਾਡਾ ਇਹ ਕਿਸਾਨ ਲੀਡਰ ਨੁਕਸਾਨ ਕਰਾ ਰਹੇ ਆ। ਇਹਨਾਂ ਦੀਆਂ ਨੀਤੀਆਂ ਕਰਾ ਰਹੀਆਂ ਨੇ, ਕਿਸਾਨਾਂ ਦਾ ਵੀ ਇਹੀ ਕਰਵਾ ਰਹੇ ਆ। ਕੇਂਦਰ ਤਾਂ ਕਹਿੰਦੀ ਵਿਚੋਲੀਏ ਖਤਮ ਕਰਨੇ। ਵਿਚੋਲੀਏ ਕੌਣ ਨੇ? ਆੜ੍ਹਤੀਏ ਉਹ ਤਾਂ ਜੀ ਜਿਹੜੇ ਇਹ ਸਰਕਾਰੀ ਅਧਿਕਾਰੀ, ਪੋਲੀਟੀਸ਼ੀਅਨ ਤੇ ਵਪਾਰੀ ਮਿਲ ਕੇ ਹਜ਼ਾਰਾਂ ਕਰੋੜ ਦੀ ਲੁੱਟ ਕਰਦੇ ਨੇ ਕਿਸਾਨ ਦੀ, ਹਰ ਸਾਲ ਹੁੰਦੀ ਹੈ। ਤੇ ਉਹ ਉਸ ਨੂੰ ਵਿਚੋਲੀਏ ਕਿਹਾ ਹੈਗਾ। ਉਹ ਬਹੁਤ ਡਿਟੇਲ ਦੀ ਗੱਲ ਆ, ਫਿਰ ਤੁਹਾਡੀ ਡਿਬੇਟ ਵੀ ਲੰਬੀ ਹੋ ਜਾਏਗੀ। ਤੇ ਵਿਚੋਲੀਆ ਆੜ੍ਹਤੀਆਂ ਨੂੰ ਨਹੀਂ ਕਿਹਾ ਗਿਆ, ਇਹ ਤਾਂ ਬਣਾ ਰਹੇ ਆ ਆੜ੍ਹਤੀਆਂ ਨੂੰ। ਧੰਨਵਾਦ ਤੁਹਾਡਾ ਗਰੇਵਾਲ ਸਾਹਿਬ। ਤਾਂ ਇਹ ਸੀ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਦੀ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿਸਾਨ ਅੰਦੋਲਨ ਜਿਹੜਾ ਵਾ ਉਹ ਕੁਝ ਹੀ ਸਮੇਂ ਬਾਅਦ ਜਿਹੜਾ ਉਹ ਖਤਮ ਹੋ ਜਾਵੇਗਾ। ਉਹ ਕਿਸਾਨਾਂ ਨੂੰ ਜਿਹੜੇ ਖੁਦ ਸਮਝਾ ਲੈਣਗੇ ਕਿ ਜਿਹੜਾ ਕਿਸਾਨੀ ਇਹ ਬਿੱਲ ਪਾਸ ਹੋਏ ਨੇ, 3 ਖੇਤੀ ਕਾਨੂੰਨ ਜਿਹੜੇ ਆ ਉਹ ਕਾਨੂੰਨ ਬਣੇ ਨੇ, ਉਹ ਲਾਹੇਵੰਦ ਨੇ, ਤਾਂ ਉਹ ਖੁਦ ਜਾ ਕੇ ਉਹਨਾਂ ਨੂੰ ਸਮਝਾ ਲੈਣਗੇ ਪਿੰਡਾਂ ਦੇ ਵਿੱਚ ਜਾ ਕੇ। ਫਿਲਹਾਲ ਦਿਓ ਇਜਾਜ਼ਤ। ਧੰਨਵਾਦ। ਲਿਬਰਲ ਟੀਵੀ ਪੰਜਾਬੀ